गो बस 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 चलो बात करानी राजनीति दे दंगल विच लेतन वेले खुलदे मल दो घंटे बैसी जांदी लाउंदे वाल दिखल बाड़ खेत नु खाई जांदी बैठ देखी चल एक दूजे नु टुट के पैंदे लभदा ना कोई हल Okay. ਦੇਸ਼ਾਂ ਦੇਸ਼ਾਂ ਵਾਸਤੇ ਪੰਜਾਬੀਆਂ ਨੂੰ ਤੁਹਾਡੇ ਬਾਲ ਮੁਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਆਜੋ ਵਿਚਲੀ ਗੱਲ ਜਰੀਏ ਕਰੀਏ ਨਵੇਂ ਵਿਸ਼ੇ ਤੇ ਵਿਚਾਰ। ਨਾ ਝੁਕਣਾ ਹੈ ਨਾ ਟੁੱਟਣਾ ਹੈ, ਨਾ ਦਿੱਲੀ ਬਾਰਡਰ ਤੋਂ ਉੱਠਣਾ ਹੈ, ਨਾ ਪੈਰ ਘਰ ਵੱਲ ਪੁੱਟਣਾ ਹੈ, ਵਿਹੜੇ ਤੇਰੇ ਆ ਟੁੱਕੀ ਹੈ ਸਰਕਾਰੇ ਬਿਨ ਬੁਲਾਈ ਜੰਜ। ਵਿਚਲੀ ਗੱਲ ਲੈ ਕੇ ਹਾਜ਼ਰ ਆ ਪੰਜਾਬ ਐਂਡ ਸੰਸ। ਦੋਸਤੋ ਕਹਿੰਦੇ ਨੇ ਇੱਕ 'ਚ ਬਹੁਤ ਤਾਕਤ ਹੁੰਦੀ ਹੈ ਤੇ ਇਹ ਫਲ ਮਿਲਿਆ ਸਾਰੇ ਗਿਲੇ ਸ਼ਿਕਵੇ ਇੱਕ ਪਾਸੇ ਰੱਖ ਕੇ एकजुट होकर लड़ाई लड़न का। जो भी कोई कौम फिरका या वर्ग बगावत करता इतिहास सिरजे जाते हैं। जब भी कोई किसानी के सफर से झात मारेगा तो इतिहास के पन्नियां ते इस संघर्ष का जिक्र जरूर आएगा। वाकई फिक्री सीमा ते कोई सीमा नहीं। अकलों वाले फसलों वाले जिधर वेखो पैलियां दे पुत बैठे ने। जट दियां हुण 100 नहीं लखां मावां ने। अरदास सबन देखो कि अन्नदाते नूं ताकत ते तख्तां वाले समत बख्शी। और बापू वेखो धन जिगरा कदे शकीरी च रात नहीं कट्टी सी, हुण महीने तो ट्राली च बैठा मनो मनी कचीची वटदा। ऐ किवें चढ़नगे वटते साडे वड्डियां घराणे वाले। मिट्टी दे सके पुत दिल्ली दी मतरेई वटते बैठे ने। हुण भाजपी वट्टो वट पए ने। केंद्र ने कानून बनाए उपरों ललकारा मारिया है कोई माई दा लाल। ते वेखो ਸਿੰਘੂ ਟਿਕਰੀ ਬਾਰਡਰ ਤੇ ਹੁਣ ਮਾਈ ਦੇ ਲਾਲ ਬੈਠੇ ਨੇ। ਇਹਨਾਂ ਦੀ ਵੱਡੀ ਰੂਹ ਨਹੀਂ ਕਰਦੀ ਪੰਜਾਬ ਮੁੜਨ ਨੂੰ। ਹੁਣ ਘਰ ਵੀ ਚੰਗੇ ਨਹੀਂ ਲੱਗਦੇ। ਕਿਤੇ ਪਾਲਾ ਸੋ ਦਾ ਵਸ ਚੱਲੇ ਦਿੱਲੀ ਦੀ ਜੂਥ ਵੱਡਾ ਸਾਰਾ ਫਲੈਕਸ ਲਾਵੇ ਤੇ ਮੋਟੇ ਅੱਖਰਾਂ 'ਚ ਲਿਖੇ ਪੰਜਾਬ ਐਂਡ ਸੰਸ। ਸਿੰਘੂ ਦੀ ਸਰਹੱਦ ਜਿਹਨੇ ਲਾਲ ਸੁਰਖ ਹੁੰਦੀ ਹੈ। ਹਵਾ ਨਾਲ ਗੱਲਾਂ ਕਰਦੇ ਨੇ, ਮੁੱਕੇ ਤਣੇ ਹੋਏ ਨੇ ਤੇ ਨਾਲ ਜਾਬਤੇ ਦੀ ਐਮਬੀ ਦੀ ਚੁੱਕੀ ਫਿਰਦੇ ਨੇ। ਹਾਲੇ ਵੀ ਦਿੱਲੀ ਵਾਲੇ ਪੁੱਛਦੇ ਆ ਕਿ ਝੁਰੜੀਆਂ ਵਾਲੇ ਕੌਣ ਨੇ। ਰਵੀ ਸ਼ੰਕਰ ਪ੍ਰਸਾਦ ਜੀ ਦੇ ਦਿਮਾਗ ਦਾ ਤਵਾਜ਼ਨ ਹੀ ਹਿੱਲ ਗਿਆ। ਰੋਜ਼ ਕੋਈ ਨਵੀਂ ਗੱਲ ਸੁੱਟਦਾ। ਉਹਨੂੰ ਕਿਸਾਨਾਂ ਦੇ ਸੰਘਰਸ਼ 'ਚ ਟੁਕੜੇ ਟੁਕੜੇ ਗੈਂਗ ਦਿਸਦਾ। ਗੁਰੂ ਘਰ ਦਾ ਪ੍ਰਸ਼ਾਦ ਛਕਿਆ ਹੁੰਦਾ ਕੇਂਦਰੀ ਮੰਤਰੀ ਰਵੀ ਸ਼ੰਕਰ ਦੇ ਖਾਨੇ ਜ਼ਰੂਰ ਪੈਂਦੀ ਬਈ ਇਹ ਤਾਂ ਬੰਦ ਕਟਵਾਉਣ ਵਾਲਿਆਂ ਦੇ ਵਾਰਸ ਨੇ। ਉਹ ਪਾਲੇ ਦਾ ਰੋਹ ਕਿਵੇਂ ਚੱਲਦੇ ਨੇ। ਮਰਚੀ ਨਿਆਲ ਦਾ ਵੱਖਰੇ ਤਜਰਬਾ। ਆਪਣੇ ਮਨ ਦੇ ਚੱਲਦੇ ਯੁੱਧਾਂ ਨੂੰ ਖਤਮ ਕਰਕੇ ਹੀ ਤੁਸੀਂ ਸੰਸਾਰ ਦੇ ਯੁੱਧ ਖਤਮ ਕਰ ਸਕਦੇ ਹੋ। ਪਰ ਪ੍ਰਧਾਨ ਸੇਵਕ ਨੂੰ ਕੌਣ ਆਖੇ ਭਾਈ ਮਨ ਸਾਫ਼ ਕਰ ਤੇ ਮੂੰਹ ਕੁੰਡਲੀ ਵੱਲ ਕਰ। ਪੰਜਾਬ ਭਰ ਦਾ ਇਕੱਠ ਬਾਰਡਰ ਤੇ ਬੈਠਿਆ ਵੇਖਣ ਨੂੰ ਮਿਲ ਰਿਹਾ ਤੇ ਸਾਡੇ ਗਵਾਂਢੀ ਮੁੱਖ ਮੰਤਰੀ ਕਹਿੰਦੇ ਆ ਇਹ ਤਾਂ ਚੰਦ ਲੋਕਾਂ ਦਾ ਇਕੱਠ ਆ ਤੇ ਇਹਦੇ ਮੰਤਰੀ ਜੇਪੀ ਦਲਾਲ ਨੇ ਨਵੇਂ ਸ਼ਗੂਫਾ ਛੱਡਿਆ। ਅਖੇ ਸੰਘਰਸ਼ ਪਿੱਛੇ ਪਾਕਿਸਤਾਨ ਦਾ ਹੱਥ ਆ। ਉਹ ਸਿੱਧਰਿਓ ਇਹ ਪੰਜਾਬੀ ਨਿਰੇ ਮਿੱਟੀ ਦੇ ਬਾਵੇ ਨਹੀਂ ਮਗਦੇ ਅੰਗਿਆਰੇ ਨੇ। ਹੱਕਾਂ ਲਈ ਹਿੱਕ ਡਾ ਕੇ ਰਾਹ ਬਣਾਉਣਾ ਵੀ ਜਾਣਦੇ ਨੇ। ਐਵੇਂ ਬੰਸਰੀ ਵਾਦਕ ਨਾ ਸਮਝ ਜਾਇਓ ਇਹ ਚੰਗੀ ਤਰ੍ਹਾਂ ਵਾਜੇ ਵਜਾਉਣੇ ਵੀ ਜਾਣਦੇ ਨੇ। ਹਰਿਆਣੇ ਦੇ ਬੈਰੀਕੇਡ ਤੋੜ ਕੇ ਆਏ ਸੀ ਆਪਾਂ ਸਾਰਿਆਂ ਨੇ ਚੰਗੀ ਤਰ੍ਹਾਂ ਵੇਖਿਆ ਸੀ। ਕੇਂਦਰ ਦੇ ਮੰਤਰੀਆਂ ਨੇ ਜਿਵੇਂ ਸਿਰੇ ਲਾਤੀ। ਗਿਰੀਰਾਜ ਜੀ ਆਖਦੇ ਆ ਵਿਦੇਸ਼ੀ ਤਾਕਤਾਂ ਹੱਥਾਂ ਅੰਦੋਲਨ ਪਿੱਛੇ ਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਕਹਿੰਦੇ ਮਾਓਵਾਦੀ ਲੋਕਾਂ ਦਾ ਹੱਥ ਆ। ਇੱਕ ਹੋਰ ਮੰਤਰੀ ਰਾਵ ਸਾਹਿਬ ਦਾਨਵੇ सर दे बाप ही निकले जो कहते आंदोलन के पीछे चीन का हाथ है। वजीर आजम हाथ वेखने तो ओ मां दे वेखो खुली जरनैली सड़क ते बैठी पहला चुल्हा लिपिया फिर फ्लाईओवर की कंध लिपी। सदके जाइए ना हिम्मती लोगों के दिल्ली मोर्चा 1.25 मिनट वाधा होया पिया ते पिंड जगर तो बजुर्ग जोगिंदर सिंह
ਪੈਦਲ ਹੀ ਚੱਲਿਆ, ਉਮਰ 60 ਸਾਲ, ਪੈਰਾਂ ਨਾਲ ਮਿਣੇ 330 ਕਿਲੋਮੀਟਰ। ਤੇ ਇਵੇਂ ਹੀ ਮੋਗੇ ਦੇ ਬੁਰਜੁੰਨ ਦਾ ਅਪਾਹਜ ਨਿਰਮਲ ਸਿੰਘ ਟਰਾਈਸਾਈਕਲ ਤੇ ਇਕੱਲਾ ਹੀ ਦਿੱਲੀ ਪਹੁੰਚ ਗਿਆ। 3 ਕਨਾਲ ਜ਼ਮੀਨ ਦਾ ਮਾਲਕ ਆਖਦਾ, ਲੜਾਂਗੇ ਤਾਂ ਜਿੱਤਾਂਗੇ। ਬਰਕਤ ਪੁਰਖਿਆਂ ਤੋਂ ਮਿਲੀ। 62 ਸਾਲ ਦਾ ਇੱਕ ਬਾਬਾ ਕਿਸਾਨੀ ਮੋਰਚੇ 'ਚ ਚੌਕੀਦਾਰੀ ਕਰਦਾ। ਕਿਸੇ ਨੇ ਪੁੱਛਿਆ, ਬਾਬਾ ਰਾਤ ਨੂੰ ਇਹਨੇ ਸੀਟੀਆਂ ਕਿਉਂ ਮਾਰਦਾ? ਜਵਾਬ ਵੀ ਸੁਣੋ ਭਾਈ, ਕਿਤੇ ਜ਼ਮੀਰਾਂ ਨਾ ਸੌਂ ਜਾਣ। ਪੰਜਾਬੀ ਯੂਨੀਵਰਸਿਟੀ ਦੀਆਂ 2 ਕੁੜੀਆਂ, ਉਹਨੂੰ ਨੀਂਦ ਕਿੱਥੇ? ਦੋਵਾਂ ਨੇ ਸਕੂਟੀ ਚੁੱਕੀ, ਰਾਤੋਂ ਰਾਤ ਮੋਰਚੇ 'ਚ ਪਹੁੰਚ ਗਈਆਂ। ਜਗਤਪੁਰ ਤੋਂ ਮਹਿਲਾ ਕਬੱਡੀ ਕੋਚ ਜਸਕਰਨ ਕੌਰ ਪੂਰੀ ਟੀਮ ਨਾਲ ਲੈ ਆਈ। ਜਦੋਂ ਮੈਚ ਫਸ ਜਾਵੇ ਉਦੋਂ ਬਿੰਡੀ ਜੁੜਨਾ ਪੈਂਦਾ। 51 ਨੇਤਰਹੀਨ ਮੁੰਡੇ, ਉਹ ਵੀ ਗੱਜੇ ਆ ਕੇ। ਭਾਸ਼ਣਾਂ ਦੀ ਗੂੰਜ ਸੁਣੀ, ਅੱਖਾਂ ਖੁੱਲ ਗਈਆਂ। ਇੱਕ ਸੂਰਮਾ ਸਿੰਘ ਮੁੱਕਾ ਤਾਣ ਕੇ ਬੋਲਿਆ, ਅੜੀ ਵਾਲਿਓ, ਅਸੀਂ ਚਮਕੌਰ ਦੀ ਗੜੀ ਵਾਲੇ ਆ। ਦਿੱਲੀ ਵਾਲੇ ਅਜੇ ਵੀ ਪੁੱਛਦੇ ਆ, ਇਹ ਸੂਰਮੇ ਸਿੰਘ ਹੈ ਕੌਣ? ਪੰਜਾਬ ਦਾ ਨਵਾਂ ਜਨਮ ਹੋਇਆ, ਖੇਤੀ ਕਾਨੂੰਨਾਂ ਖਿਲਾਫ ਪੰਜਾਬ ਇੰਜਨ ਬਣਿਆ। ਦੂਜੇ ਸੂਬਿਆਂ ਚੋਂ ਚੱਲ ਪਏ ਨੇ ਡੱਬੇ ਤੇ ਸਿਆਸੀ ਟੀਟੀ ਵਿਸਲਾਂ ਵਜਾਉਣ ਨਹੀਂ ਛੱਡਦੇ। ਫਾਟਕ ਸਾਰੇ ਕੋਨੇ ਨੇ, ਵੈਸੇ ਅੰਦਰੋਂ ਦਿੱਲੀ ਦੀ ਚੀਕ ਨਿਕਲੀ ਪਈ ਆ। ਇਹ ਬਸ ਚਿਹਰੇ ਹੀ ਮੌਨ ਨੇ। ਹੁਣ ਇਹ ਫੈਸਲਾ ਮੋਦੀ ਐਂਡ ਭਗਤ ਤੇ ਉਹਨਾਂ ਦੇ ਗੋਦੀ ਮੀਡੀਆ ਵਾਲੇ ਕਰ ਲੈਣ, ਦਿੱਲੀ ਮੋਰਚੇ 'ਚ ਬੈਠਣ ਵਾਲੇ ਕੌਣ ਨੇ? ਦੋਸਤੋ, ਕਿਸੇ ਵੀ ਹਕੂਮਤ ਖਿਲਾਫ ਜਦੋਂ ਸੰਘਰਸ਼ ਉੱਠਦਾ ਤਾਂ ਕੁਰਬਾਨੀਆਂ ਮੰਗਦਾ। ਕਈ ਯੋਧੇ ਇਸ ਕਿਸਾਨ ਅੰਦੋਲਨ ਦੀ ਭੇਟ ਚੜ ਗਏ ਤੇ ਕਈਆਂ ਦੇ ਘਰ 70 ਵਿਛ ਗਏ। ਭਾਦਸੋਂ ਦੀ ਮਾਂ ਅਮਰਜੀਤ ਕੌਰ ਆ, ਵਸਦੀ ਉੱਜੜ ਗਈ। 100 ਵਰਨ ਟੁੱਕੀ ਆ। 6 ਪੁੱਤ ਸਨ ਡਾਂਗ ਵਰਗੇ, 4 ਪੁੱਤ ਪਹਿਲੋਂ ਮਰ ਗਏ। 5ਵੇਂ ਪਾਤਸ਼ਾਹ ਨੂੰ ਥੋੜੀ ਹੱਠ ਖਾ ਗਈ। 2 ਕਮਰੇ ਨੇ, ਉਹ ਵੀ ਕੱਚੇ। ਸੈਲਫ ਤੇ 5 ਤਸਵੀਰਾਂ ਤੇ ਜਦੋਂ ਮਾਂ ਨੇ ਚੁੰਨੀ ਨਾਲ ਤਸਵੀਰਾਂ ਪੂੰਝੀਆਂ ਤਾਂ ਅਥਰੂ ਡਿੱਗਦੇ ਸਨ। ਯਾਦ ਰੱਖਣਾ, ਇਸ ਮਾਂ ਦੀ ਬਦਦੁਆ। ਡਿੱਗੇ ਅੰਜੂ ਅਜਾਈ ਨਹੀਂ ਜਾਣਗੇ। ਡਿਗਰੇ ਵੇਖੋ 5 ਗਵਾ ਕੇ ਵੀ ਬੁੱਢੀ ਮਾਂ ਜਿੰਦਾ। ਆਖਦੇ ਆ, ਰੱਬ ਹਰ ਥਾਂ ਸ਼ਾਇਦ ਨਹੀਂ ਪਹੁੰਚ ਸਕਦਾ, ਤਾਂ ਹੀ ਉਹਨੇ ਮਾਵਾਂ ਬਣਾਈਆਂ। ਜਿਹੜਾ ਮਾਨਸਾ ਦਾ ਆ ਬੱਚੋਆਣਾ ਪਿੰਡ ਆ, ਕਿਸਾਨ ਗੁਰਜੰਟ ਸਿੰਘ ਦੇ ਘਰ ਭੋਗ ਸਮਾਗਮ ਨੇ। ਦੇਖੋ ਕਿੰਨਾ ਇਕੱਠ ਹੋਇਆ। 5 ਏਕੜ ਜ਼ਮੀਨ, ਉੱਪਰ 7 ਲੱਖ ਕਰਜ਼ਾ। ਹੱਕ ਲੈਣ ਲਈ ਦਿੱਲੀ ਗਿਆ, ਹੋਣੀ ਨੇ ਝਪਟ ਲਿਆ। 6 ਦਿਨ ਫਰੀਜ਼ਰ 'ਚ ਕੱਢੇ। ਧੰਨ ਹੈ ਪਿੰਡ ਬਰੇ ਵਾਲੀ ਤੇਜ ਕੌਰ। ਲਾਸ਼ 19 ਦਿਨ ਰੁਲਦੀ ਰਹੀ, ਨਾ ਜਿਉਂਦੇ ਨਿਆਂ ਮਿਲਿਆ ਨਾ ਮਰ ਕੇ। ਪਿੰਡ ਘਰਾਚੋਂ ਦੀ ਗੁਰਮੇਲ ਕੌਰ 20 ਵਰੇ ਪਹਿਲਾਂ ਪੁੱਤ ਹੱਥੋਂ ਗਿਰ ਗਿਆ। ਦਿੱਲੀ ਤੁਰਨ ਲੱਗੀ, ਪਹਿਲਾਂ ਪੁੱਤ ਦੀ ਫੋਟੋ ਅੱਗੇ ਖੜੀ ਕਹਿੰਦੀ, ਅੱਜ ਪੁੱਤਾ ਜੇ ਤੂੰ ਹੁੰਦਾ, ਮੈਨੂੰ ਡੁੱਬੜੀ ਨੂੰ ਆਹ ਕੇ ਭੁੱਬਾ ਮਾਰ ਰੋਪੇ। ਦਿੱਲੀੋਂ ਤਾਂ ਮਾਂ ਮੁੜੀ, ਘਰ ਪਹੁੰਚਣਾ ਨਸੀਬ ਨਹੀਂ ਹੋਇਆ। ਪੁੱਤ ਕੋਲ ਪਰਲੋਕ ਚਲੀ ਗਈ। ਇਸ ਮਾਂ ਨੂੰ ਪੂਰੇ 10 ਦਿਨ ਮਿੱਟੀ ਨਸੀਬ ਨਾ ਹੋਈ। ਇਹ ਮੋਏ ਆਪਣਾ ਕਸੂਰ ਪੁੱਛਦੇ ਨੇ, ਸੱਚ ਨੂੰ ਅੱਗ ਦਾ ਕੀ ਡਰ? ਇਸ ਸੰਘਰਸ਼ ਦਾ ਅੰਜਾਮ ਚਾਹੇ ਕੁਝ ਵੀ ਹੋਵੇ, ਪਰ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਜੀ ਗਵਾਲੇ, ਉਹਨਾਂ ਦੇ ਘਰ ਜਦੋਂ ਵੀ ਕੋਈ ਬਰਾਤ ਨਿਕਲੂਗੀ ਜਾਂ ਡੋਲੀ ਉੱਠੇਗੀ ਤਾਂ ਇਹ ਖੇਤੀ ਕਾਨੂੰਨ ਮੱਥੇ 'ਚ ਵੱਜਣਗੇ। ਦਿੱਲੀ ਮੋਰਚੇ 'ਚ ਹੁਣ ਗੂੰਜ ਪੈਂਦੀ ਆ, ਖੇਤੀ ਸ਼ਹੀਦ ਜ਼ਿੰਦਾਬਾਦ, ਖੇਤੀ ਸ਼ਹੀਦ ਜ਼ਿੰਦਾਬਾਦ। ਪ੍ਰਧਾਨ ਮੰਤਰੀ ਜੀ ਦਾ ਦਿਲ ਪੱਥਰ ਦਾ ਲੱਗਦਾ। ਕੱਛ ਇਲਾਕੇ 'ਚ ਗਏ, ਗੁਜਰਾਤੀ ਮੱਝਾਂ ਦੀ ਪ੍ਰਸ਼ੰਸਾ ਦੇ ਪੁਲ ਬੰਨੇ। ਜੋ ਦਿੱਲੀ ਸਰਹੱਦ ਤੇ ਜਾਨਾਂ ਗਵਾ ਬੈਠੇ, ਉਹਨਾਂ ਲਈ 2 ਲਫ਼ਜ਼ ਨਹੀਂ ਬੋਲ ਸਕੇ। ਹਜ਼ੂਰੇ ਵਾਲਾ, ਇੰਜ ਨਾ ਕਰੋ। ਜਿਨ੍ਹਾਂ ਲੋਕਾਂ ਨੇ ਸਿਆਸੀ ਤਾਕਤ ਤੁਹਾਨੂੰ ਦਿੱਤੀ ਆ, ਉਹਨਾਂ ਲਈ 2 ਹੰਝੂ ਕੀਰ ਦਿਓ, ਚਾਹੇ ਝੂਠੇ ਮੁੱਠੇ ਸਹੀ। ਖੈਰ, ਸੰਘਰਸ਼ ਜ਼ਰੂਰ ਰੰਗ ਲਿਆਏਗਾ। ਮੋਰਚੇ 'ਚ ਹਰ ਦਿਨ ਰਸ਼ ਵਧ ਰਿਹਾ। ਸਿੰਘੂ ਸਰਹੱਦ ਤੇ ਜੋਸ਼ ਟੀਸੀ ਵਾਲਾ, ਮੁੰਡਿਆਂ ਨੇ ਪੱਬ ਚੁੱਕੇ ਨੇ। ਪੈਲੀ ਦੀ ਜੰਗ 'ਚ ਸਭ ਜਾਇਜ਼ਾ, ਪੋਸਟਰ ਵੀ ਤੇ ਕਿਤਾਬਾਂ ਵੀ। ਰਾਜੇਵਾਲ ਸਾਹਿਬ, ਵਕਤ ਮਿਲੇ ਤਾਂ ਲਿਓ ਤਾਲਸਤਾਈ ਦੀ ਮੋਇਆਂ ਦੀ ਜਾਗ। ਹਕੂਮਤੀ ਜੋੜੀ ਨੂੰ ਫੜਾਇਆ ਹੋਣਾ,
ਕੀ ਪਤਾ ਨੀਂਦ ਖੁੱਲ ਜਾਏ। ਲਾਲਾ ਹਰਦਿਆਲ ਵੀ ਸਮਝਾ ਕੇ ਥੱਕ ਗਏ ਕਿ ਜੇ ਮਨੁੱਖੀ ਸਮਾਜ ਇਨਸਾਫ ਤੇ ਆਧਾਰਿਤ ਨਾ ਹੋਵੇ ਤਾਂ ਇਹ ਸਿਰਫ ਜਾਨਵਰਾਂ ਦੇ ਝੁੰਡ ਵਰਗਾ ਹੁੰਦਾ। ਖੈਰ ਉਮੀਦ ਕਰਦੇ ਆ ਕਿ ਨਵਾਂ ਵਰ੍ਹਾ ਜ਼ਰੂਰ ਰੰਗ ਲਿਆਏਗਾ, ਕਿਸਾਨੀ ਦੀ ਜਿੱਤ ਜ਼ਰੂਰ ਹੋਵੇਗੀ, ਕਿਉਂਕਿ ਦੇਰ ਸਵੇਰ ਮਿਲ ਕੇ ਰਹੂਗਾ ਕੀਤੀ ਮਿਹਨਤ ਦਾ ਫਲ। ਅਗਲੇ ਹਫਤੇ ਫੇਰ ਮਿਲਾਂਗੇ ਲੈ ਕੇ ਵਿਚਲੀ ਗੱਲ। ਬਹੁਤ ਬਹੁਤ ਧੰਨਵਾਦ। ਰਾਜਨੀਤੀ Wow, ਬਹੁਤ ਵਧੀਆ that ਬੋਲਿਆ। was heart touching, and also at the same time, he made us laugh at few moments. आज शुरू करते हैं। किसान खेत में अच्छे लगते हैं, अगर सड़क पर आ जाएं तो सरकार की सबसे बड़ी नाकामयाबी लगते हैं। नमस्ते, सत श्री अकाल, आदाब। एक बार फिर तो हाजिर हाँ तुहाडे नाल किमी वर्मा ते गुरिंदर जी दे नाल। वेलकम ऑल ऑफ यू। आज हम बात करेंगे ट्रैक्टर किसान आंदोलन की। बात तो चर्चा चल ही रही है। आज हमारा 55th एपिसोड है। So we've been talking for 55 straight days, you know, for every day. Thanks to our technical team and Amar and Baljinder Ruby. We will start with Kimmy. And Kimmy, Sat Shri Akal. ਸਤਿ ਸ਼੍ਰੀ ਅਕਾਲ And ਜੀ ਸਾਰਿਆਂ yeah, ਨੂੰ। share whatever you feel like sharing. ਨਮਸਤੇ, ਸਤਿ ਸ਼੍ਰੀ ਅਕਾਲ। ਪਹਿਲੀ ਗੱਲ ਤਾਂ ਇਹ ਜਿਹੜੇ ਸ਼ਰਮਾ ਜੀ ਸੀ, ਇਹਨਾਂ ਦੀਆਂ ਗੱਲਾਂ ਸੁਣ ਕੇ ਰੌਂਗਟੇ ਖੜੇ ਹੋ ਗਏ, ਅੱਖਾਂ 'ਚ ਆਂਸੂ ਆ ਗਏ, ਤੇ ਨਾਲ ਦੀ ਨਾਲ ਬਿਲਕੁਲ ਵੀਰ ਰਸ ਵੀ ਆਇਆ ਕਿ ਬਈ ਸੱਚੀ ਉਹ ਕਹਿੰਦੇ ਵੀ ਬੰਦ ਕਟਾਉਣ ਵਾਲਿਆਂ ਦੇ ਅਸੀਂ ਵਾਰਿਸ ਹਾਂ, ਸਾਨੂੰ ਕਿੱਦਾਂ ਕੋਈ ਡਰਾ ਸਕਦਾ। ਐਂਡ ਸੈਕਿੰਡ, ਇੱਕ ਮੈਨੂੰ ਉਹ ਗੱਲ ਬਹੁਤ ਸੋਹਣੀ ਲੱਗੀ ਜਦੋਂ ਉੱਥੇ ਕਿਹਾ ਨਾ ਸਨਸ ਆਫ ਪੰਜਾਬ। ਮੇਰੇ ਖਿਆਲ ਹੁਣ ਤਾਂ ਸਾਰੇ ਇੰਡੀਆ ਦੇ ਕਿਸਾਨ ਨੇ, ਤਾਂ ਇਟ ਸ਼ੁੱਡ ਬੀ ਸਨਸ ਆਫ ਇੰਡੀਆ। Forget about, you know, JV main government कौन है की नहीं, but it should be sons of India. It's amazing. सच्ची दिल ते वजियां ने गल्लां, पर मैं हैरान हाँ कि सारे दे दिल ते नहीं वजदी। Yes. ਬਿਲਕੁਲ ਸਹੀ ਗੱਲ ਕਹੀ ਤੁਸੀਂ ਕਿਮੀ ਜੀ। ਬਿਲਕੁਲ ਸਹੀ ਕਿਮੀ ਗੱਲ ਹੈ। ਸਤਿ ਸ਼੍ਰੀ ਅਕਾਲ ਫਸਟ ਆਫ ਆਲ। ਸਤਿ ਸ਼੍ਰੀ ਅਕਾਲ। ਹਾਂਜੀ ਪੈਮ, ਤੁਸੀਂ ਕੁਝ ਮੈਨੂੰ ਪੁੱਛਿਆ? I'm sorry. I thought we're going on. We were on tangent. So let's ਅੱਛਾ, start. Yeah. So opening remarks. ਤੁਹਾਡੇ ਵੱਲੋਂ ਗੁਰਿੰਦਰ ਜੀ। ਹਾਂਜੀ ਬਿਲਕੁਲ ਜੀ। ਆਪਣੇ ਉਹਨਾਂ ਨੇ ਬਾਲ ਮੁਕੰਦ ਸ਼ਰਮਾ ਨੇ ਬਹੁਤ ਵਧੀਆ ਬੋਲੇ ਨੇ। ਸਹੀ ਗੱਲ ਹੈ, ਮੈਂ ਵੀ ਉਹੀ ਨੋਟ ਕੀਤਾ ਜੋ ਕਿਮੀ ਨੇ ਨੋਟ ਕੀਤਾ ਕਿ ਪੰਜਾਬ ਐਂਡ ਸੰਸ, ਤੇ ਜੋ ਉਹਨਾਂ ਨੇ ਦਰਸਾਇਆ ਬਿਲਕੁਲ ਸਹੀ ਦਰਸਾਇਆ ਕਿ ਕਿੰਨੇ ਲੋਕ ਪੰਜਾਬ ਤੋਂ ਜਿਹੜੇ ਅੰਗਹੀਣ ਲੋਕ ਨੇ ਉਹ ਵੀ ਚੱਲ ਕੇ ਇੱਥੇ ਪਹੁੰਚੇ ਨੇ। ਤੁਸੀਂ ਦੇਖੋ ਕਿ ਉਹਨਾਂ ਦੇ ਵਿੱਚ ਕਿੰਨਾ ਜੋਸ਼ ਹੈ, ਕਿੰਨਾ ਜਲਵਾ ਆ ਕਿ ਉਹ ਇੱਥੇ ਆ ਰਹੇ ਨੇ। ਤੁਸੀਂ ਇੱਕ ਹੋਰ ਚੀਜ਼ ਨੋਟ ਕੀਤੀ ਹੋਣੀ ਹੈ ਕਿ ਮਹਾਰਾਸ਼ਟਰ ਤੋਂ, ਕਰਨਾਟਕਾ ਤੋਂ, ਉੜੀਸਾ ਤੋਂ ਪੈਦਲ ਚੱਲ ਕੇ ਲੋਕ ਇਸ ਅੰਦੋਲਨ ਦੇ ਵਿੱਚ ਪਹੁੰਚ ਰਹੇ ਨੇ। ਮਤਲਬ ਪੈਦਲ ਚੱਲ ਕੇ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਆ। ਆਪਣੇ ਯੋਗੀ ਸਰਕਾਰ ਵੱਲੋਂ ਉਹਨਾਂ ਨੂੰ ਮਤਲਬ ਕਾਫੀ ਤਰ੍ਹਾਂ ਤੋਂ ਕਿ ਤੁਸੀਂ ਇੱਧਰ ਨਹੀਂ ਜਾਣਾ, ਤੁਸੀਂ ਲਖਨਊ ਤੋਂ ਚੱਲੋ, ਲਖਨਊ ਤੋਂ ਨਹੀਂ ਜਾਣਾ ਤੁਸੀਂ ਪੂਨੇ ਨੂੰ ਚੱਲੋ, ਪਤਾ ਨਹੀਂ ਕਿਹੜੇ ਕਿਹੜੇ ਉਹਨਾਂ ਨੂੰ ਰਸਤੇ, ਲੇਕਿਨ ਉਹ ਪਹੁੰਚੇ ਨੇ। ਤੁਸੀਂ ਇਹ ਦੇਖ ਸਕਦੇ ਹੋ ਕਿ ਇਸ ਵੇਲੇ ਇਸ ਅੰਦੋਲਨ ਦੇ ਵਿੱਚ ਕੋਈ ਵੀ ਐਸਾ ਇਨਸਾਨ, ਕੋਈ ਬੱਚਾ, ਕੋਈ ਬੁੱਢਾ ਨਹੀਂ ਹੈਗਾ ਜਿਹਨੇ ਸ਼ਿਰਕਤ ਨਹੀਂ ਕਰ ਰਿਹਾ। ਸਾਰੇ ਹੀ ਪਹੁੰਚ ਰਹੇ ਨੇ ਹਰ ਆਪਣੇ ਤਰੀਕੇ ਦੇ ਨਾਲ, ਹਰ ਹੀਲੇ ਵਸੀਲੇ ਦੇ ਨਾਲ। ਕੋਈ ਟਰੈਕਟਰਾਂ ਤੇ, ਕੋਈ ਕਾਰਾਂ ਤੇ, ਕੋਈ ਸਕੂਟਰਾਂ ਤੇ, ਕੋਈ ਬਾਈਸਿਕਲ ਤੇ। ਜਿਨ੍ਹਾਂ ਦੇ ਕੋਲ ਨਹੀਂ ਕੋਈ ਵੀ ਰਸਤਾ ਆਉਣ ਦੇ ਲਈ ਉਹ ਪੈਦਲ ਹੀ ਚੱਲ ਕੇ ਆ ਰਹੇ ਨੇ। ਤੇ ਅਜੇ ਵੀ ਮੋਦੀ ਸਰਕਾਰ ਨੂੰ ਸ਼ਰਮ ਨਹੀਂ ਆ ਰਹੀ। ਅਜੇ ਵੀ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਕੰਨ ਤੇ, ਹਾਂ, ਉਹਦੇ ਕੰਨ ਤੇ ਬਿਲਕੁਲ ਜੂੰ ਨਹੀਂ ਸਰਕਦੀ। I think ਇਹਦੇ ਵਿੱਚ ਮੇਨ ਸਟ੍ਰੀਮ ਮੀਡੀਆ ਦਾ ਵੀ ਕੁਝ ਹੱਦ ਤੱਕ ਨਹੀਂ, ਬਹੁਤ ਵੱਡਾ ਹੱਥ ਹੈਗਾ। ਬਿਲਕੁਲ ਬਿਲਕੁਲ ਕਿਉਂਕਿ ਬਿਲਕੁਲ ਸਹੀ। ਬਹੁਤ ਸਾਰੇ ਲੋਕ ਜਿਹੜੇ ਸ਼ਹਿਰਾਂ ਵਿੱਚ ਰਹਿੰਦੇ ਆ, ਬਹੁਤ ਸਾਰੇ ਮੈਟਰੋਪੋਲੀਟਨ ਸਿਟੀਜ਼ ਵਿੱਚ ਰਹਿੰਦੇ ਆ, ਉਹਨਾਂ ਦਾ ਇੱਕ ਡਿਸਕਨੈਕਟ ਫੀਲ ਆਪਾਂ ਕਰਦੇ ਹੈਗੇ ਆ। ਕਾਮਨ ਜਿਹੜੇ ਗਰਾਊਂਡ ਫੋਕਸ ਹੈਗੇ ਆ, ਫਾਰਮਰਸ ਹੈਗੇ ਆ ਪਿੰਡਾਂ ਦੇ, ਉਹਨਾਂ ਤੋਂ ਬਿਲਕੁਲ ਹੀ ਟੁੱਟੇ ਹੋਏ ਆ। ਜਦ ਕਿ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਸਾਨ ਤਾਂ ਫਿਰ ਵੀ ਆਪਣੇ ਖੇਤਾਂ ਵਿੱਚ ਖਾਣਾ ਉਗਾ ਕੇ ਖਾ ਸਕਦੇ ਆ, ਸੈਲਫ ਰਿਲਾਇੰਟ ਹੈਗੇ ਆ ਕਿਸਾਨ। ਤੇ ਜ਼ਿਆਦਾ ਅਸਰ ਤਾਂ ਉਹਨਾਂ ਤੇ ਪਏਗਾ ਜਦੋਂ ਤੁਸੀਂ ਖੁੱਲੀ ਛੁੱਟ ਦੇ ਦਿਓਗੇ ਜਮਾਖੋਰੀ ਨੂੰ ਤੇ ਇਹੋ ਜਿਹੀਆਂ ਚੀਜ਼ਾਂ ਨੂੰ। ਤੇ what do you think of that, Kimmy? You know, it's very important to for normal people to realize कि it's so मतलब कितना जरूरी है कि ਉਹ ਇਸ ਵੇਲੇ ਇਹ ਜਿਹੜਾ ਸਭ ਤੋਂ ਵੱਡਾ ਹਿਸਟਰੀ ਦਾ ਸਭ ਤੋਂ ਵੱਡਾ ਪ੍ਰੋਟੈਸਟ ਹੋ ਰਿਹਾ,
ਇਹ ਕਿਸੇ ਰੀਜ਼ਨ ਕਰਕੇ ਹੋ ਰਿਹਾ, ਬਹੁਤ ਬੇਸਿਕ ਰੀਜ਼ਨ ਫਾਰਮਿੰਗ ਲਾਸ ਕਰਕੇ, ਉਹਨਾਂ ਦਾ ਸਾਥ ਦੇਣਾ ਚਾਹੀਦਾ। ਮੈਂ ਹੁਣ ਹਰ ਵਾਰੀ ਹੈ ਨਾ, ਮੈਂ ਕੋਈ ਨਾ ਕੋਈ ਫਨੀ ਕਮੈਂਟ ਵੀ ਦੱਸਦੀ ਹੁੰਦੀ ਆ ਇੱਥੇ ਵੀ। ਹੁਣ ਟਾਕਿੰਗ ਅਬਾਊਟ ਜਿਹੜੇ ਸ਼ਹਿਰਾਂ ਵਾਲੇ ਲੋਕ ਨੇ, ਮੈਨੂੰ ਬਿਕਾਜ਼ somebody was trying to convince me ਕਿ ਜੀ ਇਹ 'ਚ ਪਾਕਿਸਤਾਨ ਦਾ ਹੱਥ ਹੈ। ਕਹਿੰਦੇ ਦੇਖੋ ਸਾਰਿਆਂ ਨੇ ਹਰੇ ਰੰਗ ਦੇ ਝੰਡੇ ਫੜੇ ਆ, ਇਹ ਮੁਸਲਮਾਨ ਝੰਡੇ ਨੇ। ਮੈਂ ਕਿਹਾ ਉੱਲੂ ਦੇ ਪੱਠੇ, ਜਦ ਤੂੰ ਪੌਦਾ ਉਗਾਉਣਾ ਉਹਦਾ ਕਲਰ ਕੀ ਹੁੰਦਾ, ਲੀਵਸ ਪੱਤਿਆਂ ਦਾ ਕਲਰ ਕੀ ਹੁੰਦਾ, ਕਿਸੇ ਵੀ ਖੇਤ ਦਾ ਕਲਰ ਕੀ ਹੁੰਦਾ, ਹਰਾ ਕਲਰ ਹੁੰਦਾ। ਇਟਸ ਦੈਟ ਕਲਰ, ਇਹ ਕਿਸਾਨੀ ਦਾ ਰੰਗ ਹੈ। Exactly. So you can Yes. imagine that ਜਿਹੜੇ ਆਪਾਂ ਕਹਿੰਦੇ ਨਾ ਵੀ ਲੋਕ ਡਿਸਕਨੈਕਟਡ ਨੇ, ਉਹਨਾਂ ਨੂੰ ਜਾਂ ਤਾਂ ਮੀਡੀਆ ਨੇ ਜਾਂ ਫਿਰ ਉਹ ਸੱਚੀ ਉਹਨਾਂ ਦਾ ਆਪਦਾ ਹੀ ਦਿਮਾਗ ਦਾ ਆਵਾ ਉੱਤਿਆ ਹੋਇਆ। ਲਾਈਕ these kind of comments they pass. I'm like this is ਸਭ ਤੋਂ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਕਿ ਬਹੁਤ ਸਾਰੇ ਪੜ੍ਹੇ ਲਿਖੇ ਲੋਕ, I spoke to a guy, he is a PhD from Stanford. Okay, I'm maybe from that's why Stanford. Both say he did PhD in Stanford. Exactly. I think ਜਿਹੜੇ ਉਹ ਫਿਰ ਆਪਣੇ ਆਪ ਨੂੰ ਜਿਹੜਾ ਇੱਕ ਪਾਸੇ ਫੋਕਸ ਕਰ ਲੈਂਦੇ, ਉਹੀ ਗੱਲ ਕਿ ਜ਼ਮੀਨ ਤੋਂ ਉਹਨਾਂ ਦਾ ਨਾਤਾ ਟੁੱਟ ਜਾਂਦਾ ਹੈ। ਜਿਹੜੇ ਲੋਕੀ ਜ਼ਮੀਨ ਨਾਲ ਜੁੜੇ ਹੋਏ ਆ ਉਹ ਉਹਨਾਂ ਚੀਜ਼ਾਂ ਨੂੰ ਰੀਅਲਾਈਜ਼ ਕਰਦੇ ਨੇ। ਰੀਅਲ ਲਾਈਫ ਹੈ ਜਿਹੜੀ, ਉਹਦਾ ਤਜਰਬਾ ਮੇਰੇ ਖਿਆਲ ਹੈ ਜਿਹੜਾ ਜਿੰਨਾ ਜ਼ਮੀਨ ਦੇ ਲੋਕਾਂ ਨੂੰ ਹੁੰਦਾ, ਉਹਨਾਂ ਸ਼ਹਿਰ ਜਿਹੜੇ ਦੂਰ ਬਾਹਰ ਬੈਠੇ ਸ਼ਹਿਰਾਂ ਦੇ ਲੋਕ, ਉਹਨਾਂ ਨੂੰ ਨਹੀਂ ਹੁੰਦਾ। ਕਿਉਂ ਗੁਰਿੰਦਰ ਜੀ? ਗੁਰਿੰਦਰ ਜੀ ਤੁਹਾਡੀ ਆਵਾਜ਼ ਤੁਹਾਡੀ ਮਾਈਕਰੋਫੋਨ, ਸੌਰੀ, ਹਾਂਜੀ ਉਹ ਮੈਂ ਮਿਊਟ ਕਰ ਚੁੱਕੀ ਸੀਗੀ। ਐਨੀਵੇਜ਼, ਮੈਨੂੰ ਵੀ ਇੱਕ ਗੱਲ ਯਾਦ ਆ ਰਹੀ ਹੈ ਕਿ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਹਦਵਾਣੇ ਕਿੱਥੇ ਦਰਖਤਾਂ ਨੂੰ ਲੱਗਦੇ ਨੇ ਕਿ ਜਾਂ ਪੈਲੀਆਂ ਦੇ ਵਿੱਚ ਉੱਗਦੇ ਨੇ। ਕਿਤੇ ਪੁੱਛ ਕੇ ਤਾਂ ਦੇਖੋ ਇਹਨਾਂ ਲੋਕਾਂ ਨੂੰ, ਪਤਾ ਹੈ ਇਹਨਾਂ ਨੂੰ ਕੀ ਕਿੱਥੇ ਕਿਹੜੀ ਚੀਜ਼ ਉੱਗਦੀ ਹੈ, ਕਿੱਥੇ ਕਿਹੜੀ ਚੀਜ਼ ਬਣਦੀ ਹੈ, ਔਰ ਕਿੰਨੀ ਉਹਨਾਂ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਇਹਨਾਂ ਨੂੰ ਕੁਛ ਨਹੀਂ ਪਤਾ, ਕੁਛ ਵੀ ਨਹੀਂ ਪਤਾ। ਔਰ ਸਭ ਤੋਂ ਵੱਡੀ ਮਾਰ ਪਏਗੀ ਇਸ ਵੇਲੇ ਮਿਡਲ ਕਲਾਸ ਤੇ ਜਿਹੜੀ ਲੋਅਰ ਕਲਾਸ ਹੈ, ਉਹਨਾਂ ਨੂੰ ਪਤਾ ਨਹੀਂ ਅਜੇ। ਜਿਹੜਾ ਨੂੰ ਪਤਾ ਹੈ ਉਹ ਉੱਠ ਗਏ ਨੇ। ਮੈਂ ਇੱਕ ਸਰਵੇ ਦੇਖ ਰਹੀ ਸੀ ਦਿੱਲੀ ਦੇ ਲੋਕਾਂ ਦਾ, ਉਹਨਾਂ ਨੇ ਪੁੱਛਿਆ ਕਿ ਕੌਣ-ਕੌਣ ਨਾਲ, ਸੋ ਆਊਟ ਆਫ 10 people they asked, it's from the wire. It's pretty reliable source. 10 ਲੋਕਾਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਪੁੱਛਿਆ ਸੀਗਾ, ਉਹਨਾਂ ਚੋਂ 8 ਲੋਕਾਂ ਨੇ ਕਿਸਾਨਾਂ ਪੱਖੀ ਗੱਲ ਕੀਤੀ ਸੀਗੀ। ਕਿਸਾਨ ਦੇ ਦੋਨੋਂ ਪਤਾ ਹੀ ਨਹੀਂ ਹੋਣਾ। ਹਾਂ, ਦੋਨੋਂ ਉਹੀ ਗੱਲ, ਉਹ ਕਹਿੰਦੇ ਹਦਵਾਣੇ ਪਤਾ ਨਹੀਂ ਜ਼ਮੀਨ ਚੋਂ ਨਿਕਲਦੇ, ਜ਼ਮੀਨ ਉੱਗਦੇ ਨੇ ਕਿ ਜਾਂ ਦਰਖਤਾਂ ਤੇ ਲੱਗਦੇ ਨੇ, ਹੈਨਾ। ਤੇ ਇਹਨਾਂ ਨੂੰ ਫੇਸਬੁੱਕ ਦਾ ਪੁੱਛ ਲਓ, ਅੱਜ ਕੱਲ ਤੁਸੀਂ WhatsApp ਦਾ ਪੁੱਛ ਲਓ, TikTok ਦਾ ਪੁੱਛ ਲਓ, ਉਹ ਸਾਰਾ ਪਤਾ ਹੋਏਗਾ। ਹਾਂ ਬਿਲਕੁਲ। ਲੇਕਿਨ ਖਾਣ ਪੀਣ ਦੇ ਮਸਲੇ ਦਾ ਇਹਨਾਂ ਨੂੰ ਕੁਝ ਨਹੀਂ ਪਤਾ ਹੋਏਗਾ। ਉਹ ਜਿਹੜੀ ਕਿ ਬੇਸਿਕ ਨੀਡ ਹੈਗੀ, ਬੇਸਿਕ ਨੀਡਸ ਸਾਡੀਆਂ, ਉਹ ਨਹੀਂ ਪਤਾ ਇਹਨਾਂ ਨੂੰ। ਬਿਲਕੁਲ ਸਹੀ ਗੱਲ ਹੈ। ਹਾਂਜੀ ਕਿਮੀ, ਆਪਾਂ ਗੱਲ ਮੀਡੀਆ ਦੀ ਕਰ ਰਹੇ ਸੀ ਨਾ, ਸੋ ਹਿੰਦੀ 'ਚ ਬੋਲਾਂ, ਪੰਜਾਬੀ 'ਚ ਬੋਲਾਂ? ਕੋਈ ਗੱਲ ਨਹੀਂ, ਤੁਸੀਂ ਇੰਗਲਿਸ਼ 'ਚ ਬੋਲੋ, ਪੰਜਾਬੀ 'ਚ ਬੋਲੋ, ਹਿੰਦੀ 'ਚ ਬੋਲੋ, ਵਧੀਆ। Okay, so media ਦੀ ਜੋ ਗੱਲ ਹੈਗੀ ਹੈ, it's funny ਕਿ it's very disheartening ਕਿ ਇੰਡੀਆ 'ਚ ਕੁਛ ਵੀ ਐਸਾ ਨਹੀਂ ਕਿ ਜਿਹੜਾ ਐਟਲੀਸਟ ਨਿਊਜ਼ ਚੈਨਲ ਦੀਆਂ ਚੀਜ਼ਾਂ ਜੋ ਦਿਖਾਉਂਦੇ ਆ ਉਹ ਰੀਅਲ ਤਾਂ ਹੋਣ, ਉਹਨਾਂ ਨੂੰ ਅਪਰੂਵ ਕਰੇ। ਹੁਣ ਇਹ ਥੋੜੇ ਦਿਨ ਪਹਿਲਾਂ ਇੱਕ ਜ਼ੀ ਟੀਵੀ ਤੇ, ਜ਼ੀ ਨਿਊਜ਼ ਤੇ ਇੱਕ ਵੀਡੀਓ ਪਾਈ ਹੋਈ ਸੀ ਟਰੈਕਟਰਸ ਦੀ। ਉਹ ਆਇਰਲੈਂਡ 'ਚ ਕੋਈ ਪਰੇਡ ਹੋ ਰਹੀ ਸੀ ਪਿਛਲੇ ਸਾਲ। ਸੋ ਉੱਥੇ ਉਹਨਾਂ ਨੇ ਟਰੈਕਟਰ ਲੜੀਆਂ ਨਾਲ ਸਜਾਏ ਹੋਏ ਸੀਗੇ। they were all tractors were decorated. The news said that, oh my God, Kisans are decorating their tractors to, spoil the 26 January parade. कि parade ਨੂੰ खराब करने लिए decorate कर रहे हैं। देखो कितने, देखिए कितना चिल्ला के बोलते, देखिए कितने ट्रैक्टर जा रहे हैं, ये क्या हो रहा है। It's so bad. But video ਜਿਹੜੀ ਸੀਗੀ ਉਹ ਆਇਰਲੈਂਡ ਦੀ ਸੀਗੀ, ਕਿਸੇ ਹੋਰ ਦੇਸ਼ ਦੀ, ਕਿਸੇ ਹੋਰ ਸਾਲ ਦੀ, ਕੋਈ ਹੋਰ ਲੋਕਾਂ ਦੀ, and that's it. So they kind of made up a fake news. Like, it's so pathetic that how can they do that? Like, कोई कुछ check ही नहीं इंडिया में, how does it happen? बहुत ही annoying लगता है ना, बड़ा frustration feel होती। Yes गुरिंदर जी। ਹਾਂ, ਉਹਨਾਂ ਨੂੰ ਦੇਖੋ ਕਿੰਨੀ ਪ੍ਰੋਬਲਮ ਤੇ ਹੈ ਕਿ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਉਹ ਕਰ ਕੀ ਰਹੇ ਨੇ। ਅਗਰ ਉਹਨਾਂ ਨੂੰ ਇਹ ਪਤਾ ਹੋਵੇ ਗੋਦੀ ਮੀਡੀਆ ਨੂੰ ਵੀ ਅਸੀਂ ਕੀ ਚਲਾ ਰਹੇ ਹਾਂ, ਅਸੀਂ ਕੀ ਬੋਲ ਰਹੇ ਹਾਂ, ਤੇ ਉਹ ਝੂਠ ਕਿਉਂ ਬੋਲਣਗੇ। ਅੱਜ ਹੀ ਮੈਂ ਤੁਹਾਨੂੰ ਇੱਕ ਹੋਰ ਵਾਕਿਆ ਦੀ ਗੱਲ ਦੱਸਦੀ ਹਾਂ। ਤੁਹਾਨੂੰ ਪਤਾ ਪਲਵਿੰਦਰ ਹੰਸਰਾਜ ਹੰਸ ਹੈ ਨਾ, ਆਪਣੇ MP ਖੜੇ ਨੇ ਇੱਥੋਂ, ਉਹਨਾਂ ਦੀ ਅੱਜ ਕਿਤੇ ਇਹਨਾਂ ਨੇ ਮੇਰੇ ਖਿਆਲ ਕੀਤੀ ਸੀਗੀ, ਇੰਟਰਵਿਊ ਲੈ ਰਹੇ ਨੇ ਆਪਣੇ, ਉਹ ਕੀ ਹੈਗਾ ਲੜਕਾ ਟੈਣਾ ਜੀ, ਹਨਾ, ਟੈਣਾ ਤੇ ਹਰਮਨ ਥਿੰਦ, ਉਹਨਾਂ ਨੂੰ ਪੁੱਛਦੇ ਪਏ ਸੀਗੇ ਜੀ ਤੁਸੀਂ ਕੀ ਸੋਚਦੇ ਹੋ, ਤੁਸੀਂ ਇਹਨਾਂ ਦੇ ਬਾਰੇ ਵਿੱਚ ਕੀ ਗੱਲ ਕਰਦੇ ਹੋ। ਕਹਿੰਦਾ ਜੀ ਮੈਂ ਤਾਂ ਕਹਿ ਕੇ ਥੱਕ ਗਿਆ। ਮੈਂ ਕਿਹਾ ਤੁਸੀਂ ਕਿਸ ਬੰਦੇ ਨਾਲ ਗੱਲ ਕਰ ਰਹੇ ਨੇ। ਇਹ ਇੱਕ ਦਿਨ ਪਹਿਲਾਂ ਵੀ ਗਿਆ ਸੀਗਾ ਕਿਤੇ, ਉੱਥੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ, ਪੰਜਾਬ ਦੇ ਵਿੱਚ ਹੀ ਸੀ ਕਿਤੇ ਖੜਾ ਹੋਇਆ, ਤੇ ਉੱਥੇ ਕਹਿ ਰਿਹਾ ਸੀ, ਕਹਿੰਦਾ ਮਸਾ ਤਾਂ ਮੈਨੂੰ ਕੁਰਸੀ ਮਿਲੀ ਹੈ।
ਸ਼ਰੇਆਮ ਦਿਸਦਾ ਪਿਆ, ਸੁਣਿਆ ਸਭ ਨੂੰ ਉੱਥੇ, अच्छा नहीं ਹੈ ਨਾ। ਤੇ ਜਿਹੜਾ ਨੂੰ ਮਸਾ चलो एटलीस्ट he's honest यार इन्ना तो give it to him right because he's honest है जो भी honest in that way, है है ना। ਫਿਰ ਮੈਨੂੰ ਇਹਦੀ ਹੋਰ ਗੱਲ ਯਾਦ ਆ ਗਈ ਕਿ ਦੇਖੋ ਕਿੱਦਾਂ ਸ਼ਰੇਆਮ ਝੂਠ ਮਾਰਦੇ ਨੇ, ਹਰ ਇਨਸਾਨ ਝੂਠ ਮਾਰਦਾ। ਤੁਹਾਡੇ ਜਿਵੇਂ ਆਪਾਂ ਮੀਡੀਆ ਤਾਂ ਕਹਿ ਹੀ ਰਹੇ ਹਾਂ ਕਿ ਮੀਡੀਆ ਤਾਂ ਹੈ ਹੀ, ਚਲੋ ਵਿਕਿਆ ਹੋਇਆ ਦਲਾਲ ਮੀਡੀਆ ਹੈ, ਤੇ ਇਹ ਵੀ ਬੰਦੇ ਦਲਾਲਾਂ ਤੋਂ ਘੱਟ ਤਾਂ ਨਹੀਂ ਹੈਗੇ। ਆਮ ਆਦਮੀ ਪਾਰਟੀ ਦੇ ਵਿੱਚ ਵੀ ਮੈਂ ਗੱਲ, ਇਸ ਵੇਲੇ ਅਸੀਂ ਪਾਰਟੀ ਦੀਆਂ ਗੱਲਾਂ ਤੇ ਨਹੀਂ ਕਰਨੀਆਂ, ਲੇਕਿਨ ਥੋੜੀ ਜਿਹੀ ਗੱਲ ਰਿਲੇਟਡ ਹੈਗੀ ਆ, ਹੈ ਨਾ, ਕਿ ਇਹਨੂੰ ਕਿਸੇ ਨੇ, ਇਹਨੂੰ ਦਿੱਲੀ ਦੇ ਵਿੱਚ ਕਿਸੇ ਨੇ ਭੇਜਿਆ ਕਿ ਵੀ ਜਾ ਕੇ ਤਾਂ ਦੇਖ ਕੇ ਆ ਵੀ ਐਜੂਕੇਸ਼ਨ ਦਾ ਇੱਥੇ ਕੀ ਹਾਲ ਹੈ। ਇਹਨੇ ਕੀ ਕੀਤਾ, ਉਹ ਜਿਹੜੀਆਂ ਬਿਲਡਿੰਗ ਸੀਗੀਆਂ ਨਾ ਪੁਰਾਣੀਆਂ ਹੋਈਆਂ, ਜਿਹੜਾ ਉਹਨਾਂ ਨੂੰ ਹਿਸਟੋਰੀਕਲ ਕਹਿ ਕੇ ਤਾਂ ਛੱਡ ਦਿੱਤਾ ਕਿ ਵੀ ਨਹੀਂ, ਉਹਦੇ ਨਾਲ ਨਵੇਂ ਸਕੂਲਾਂ ਦੀਆਂ ਬਿਲਡਿੰਗਸ ਬਣਾ ਦਿੱਤੀਆਂ ਦਿੱਲੀ ਵਾਲਿਆਂ ਨੇ, ਦਿੱਲੀ ਗਵਰਨਮੈਂਟ ਨੇ, ਮੈਂ ਨਾਮ ਨਹੀਂ ਲਊਂਗੀ ਇਸ ਵੇਲੇ। ਤੇ ਉਹ ਨਹੀਂ ਦਿਖਾਈਆਂ ਇਸਨੇ, ਇਹਨੇ ਸਿਰਫ ਉਹ ਦਿਖਾਈਆਂ ਜਿਹੜੀਆਂ ਆਲਰੇਡੀ ਡਿਮੋਲਿਸ਼ਡ, ਮਤਲਬ ਕੁਝ ਡਿਮੋਲਿਸ਼ਡ ਹੋਣ ਵਾਲੀਆਂ ਨੇ, ਕੁਝ ਪਈਆਂ ਹੋਈਆਂ ਨੇ, ਕਿਉਂਕਿ ਪੁਰਾਣੀਆਂ ਸਨ, ਉਹਨਾਂ ਨੂੰ ਹਿਸਟੋਰੀਕਲ ਕਹਿ ਕੇ ਜੀ ਰੱਖ ਦਿੱਤਾ ਉਹਨਾਂ ਨੂੰ ਵੀ ਅਸੀਂ ਇਹਨਾਂ ਨੂੰ ਸਾਂਭ ਸੰਭਾਲ ਦੇ ਲਈ ਰੱਖਣਾ ਹੈ। ਇਹ ਕਿਵੇਂ ਦੇ ਬੰਦੇ ਆ, ਕਿਵੇਂ ਦੇ ਬੰਦੇ ਨੇ, ਇਹਨਾਂ ਨੇ ਸਾਡੇ ਲਈ ਕੀ ਕਰਨਾ ਹੈ। So actually ਉਹਨੇ fuel fire ਦੇ ਉੱਪਰ fuel ਪਾਤਾ, if I might add, ਕਿ actually ਉਹਨੇ ਬੁਰੀ ਹਾਲਤ ਉਹਨੇ buildings ਦਿਖਾ ਕੇ he added fuel to the fire, which is the government is not doing anything. Exactly, when they were doing everything for the public. Yes. ਹੈ ਨਾ। ਸੋ ਹੋਰ ਹੁਣ ਦੇਖੋ ਤੁਸੀਂ 26 ਜਨਵਰੀ ਦਾ ਅੰਦੋਲਨ, ਆਪਣੀ 26 ਜਨਵਰੀ ਦਾ ਜਿਹੜਾ ਮਾਰਚ ਹੋਣਾ ਹੈ ਟਰੈਕਟਰ, ਉੱਥੇ ਪਤਾ ਨਹੀਂ 3 ਲੱਖ ਹੈ, 4 ਲੱਖ ਹੈ, 5 ਲੱਖ ਦੇ, ਸਾਡੇ ਕੋਲ ਕੋਈ ਗਿਣਤੀ ਅਜੇ ਕਿਸੇ ਦੇ ਕੋਲ ਆਈ ਨਹੀਂ ਹੈ ਐਗਜ਼ੈਕਟ। ਤੇ ਬਈ ਆਪਾਂ ਦਾਦ ਦਿੰਨੇ ਆ ਸਰਦਾਰ ਬਲਬੀਰ ਸਿੰਘ ਰਾਜੇਵਾਲਾ, ਉਗਰਾਵਾਂ ਸਾਹਿਬ, ਚਮੁੰਡੀ ਸਾਹਿਬ, ਆਪਣੇ ਟਕੈਤ ਜੀ, ਜਿੰਨੇ ਵੀ ਉੱਥੇ ਬੰਦੇ ਨੇ, ਜਿੰਨੇ ਵੀ ਸਾਰੇ ਮੈਂਬਰਾਨ ਨੇ ਜਿਨ੍ਹਾਂ ਨੇ ਇਹ ਸ਼ੁਰੂ ਅੱਗੇ ਹੋ ਕੇ ਬੈਠੇ ਹੋਏ ਨੇ, ਉਹਨਾਂ ਨੂੰ ਨੀਂਦਾਂ ਕਿਵੇਂ ਆਉਂਦੀਆਂ ਨੇ ਉਹ ਤਾਂ ਸਾਨੂੰ ਨਹੀਂ ਪਤਾ, ਕਿਉਂਕਿ ਅਸੀਂ ਇੱਥੇ ਬੈਠੇ ਹੋਏ ਆ। ਕਿੰਨੀ ਮੁਸ਼ਕਲ ਹੈਗੀ ਉਹਨਾਂ ਦੇ ਲਈ ਐਡੀ ਵੱਡੀ ਭੀੜ ਨੂੰ, ਐਡੇ ਵੱਡੇ ਇਕੱਠ ਨੂੰ ਸੰਭਾਲ ਕੇ ਰੱਖਣਾ, ਬਹੁਤ ਵੱਡਾ ਇਹਦੇ ਲਈ ਜ਼ਿਗਰਾ ਆ। ਔਰ ਉਹ ਸਾਰੇ, ਮੈਂ ਕਹਿੰਦੀ ਵੀ ਇਸ ਚੀਜ਼ ਦੇ ਲਈ ਹਰ ਇਨਸਾਨ ਨੂੰ, ਜਿਸਨੇ ਵੀ ਉਹਦੇ ਵਿੱਚ ਸ਼ਿਰਕਤ ਕੀਤੀ ਹੈ, ਉਹ ਬੱਚੇ ਤੋਂ ਬੁੱਢੇ ਤੋਂ ਲੈ ਕੇ ਹਰ ਇਨਸਾਨ ਦਾ ਇਸ ਦੇ ਵਿੱਚ ਦੇਣ ਹੈ, ਔਰ ਹਰ ਇੱਕ ਨੇ ਆਪਣੀ ਜ਼ਿੰਮੇਵਾਰੀ ਸਮਝੀ ਹੈ ਔਰ ਇਸ ਨੂੰ ਅੱਗੇ ਲੈ ਕੇ ਜਾ ਰਹੇ ਨੇ। ਫਾਈਨਲੀ ਗਵਰਨਮੈਂਟ ਨੂੰ ਮੰਨਣਾ ਪਿਆ ਕਿ ਹਾਂ ਤੁਸੀਂ ਹੁਣ ਇਹ ਪਰੇਡ ਕਰ ਸਕਦੇ ਹੋ। ਤੇ ਜੇ ਮੰਨਣਾ ਇਹਨਾਂ ਨੇ ਇਹ ਵੀ ਹੈਗਾ ਆ, ਇਹਨਾਂ ਨੂੰ ਤਿੰਨੇ ਕਾਨੂੰਨ ਰੱਦ ਵੀ ਕਰਨੇ ਪੈਣੇ ਨੇ, ਵੀ ਤੁਸੀਂ ਕੱਲ ਕਰਨੇ ਨੇ, ਅੱਜ ਹੀ ਕਿਉਂ ਨਹੀਂ ਕਰ ਲੈਂਦੇ, ਉਹਨਾਂ ਨੂੰ ਘਰ ਜਾਣ ਦਿਓ। ਮੰਨਣਾ ਤੇ ਪੈਣਾ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਮੰਨਣਗੇ ਤਾਂ ਜ਼ਰੂਰ ਇਹ ਝੂਠਾ ਅਹੰਕਾਰ ਹੈਗਾ ਗਵਰਨਮੈਂਟ ਦਾ, ਹੋਰ ਕੀ ਹੈ। ਬਿਕਾਜ਼ ਆਪਣੇ ਆਪ ਨੂੰ ਆਪਣੇ ਆਪ ਨੂੰ ਔਰੰਗਜ਼ੇਬ ਸਮਝ ਰਿਹਾ ਆ, ਕਿ ਇਹ ਆਪਣੇ ਆਪ ਨੂੰ ਹਿਟਲਰ ਸਮਝ ਰਿਹਾ ਆ। ਇਹ ਸਮਝ ਕੀ ਰਿਹਾ ਆ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਸ ਬੰਦੇ ਕਹਿਣ ਨੂੰ ਕਹਿਣਾ ਕਿ मैं प्रधान सेवक हूँ, मैं प्रधान सेवक हूँ। अच्छा प्रधान सेवक जी सेवा होती क्या है, वो वहां सिंघू और दिल्ली के जितने भी बॉर्डर्स हैं वहां जाके देखिए, उनसे जाके पूछिए सेवा क्या होती है। और एक बात मैं ऐड करना चाहती थी, आज हम ये बात कर रहे हैं ट्रैक्टर मार्च की जो 26 को ना, कल रात को हमारे लिए, और हम ये फिर चर्चा पे वो लाइव दिखाएंगे। सो लेट्स ट्राई एंड bring on like more people and have more people join us. And also if you can even talk to your non-Punjabi, non-Indian friends, because ਇੰਨਾ ਵੱਡਾ ਯੂਨੀਵਰਸ ਦੇ ਵਿੱਚ ਸਭ ਤੋਂ ਵੱਡਾ ਅੰਦੋਲਨ ਹੋ ਰਿਹਾ, ਲੇਕਿਨ ਕਿਸੇ ਨੂੰ ਪਤਾ ਹੀ ਨਹੀਂ। ਸੋ ਆਈ ਫੀਲ ਵੈਰੀ ਪ੍ਰਾਊਡ ਕਿ ਕੱਲ ਤੋਂ ਲੈ ਕੇ ਅੱਜ ਤੱਕ ਮੈਂ 4-5 ਜਿਹੜੇ non-Indian, non-Punjabi ਔਰ ਲੋਕ ਹੈਗੇ ਨੇ, ਉਹਨਾਂ ਨੂੰ ਇਹਦੇ ਨਾਲ ਜੋੜਿਆ ਹੈਗਾ। They are watching and they're also going to keep an eye on the tractor march. So let's do that. Let's at our own level whatever we can do, ਜਿੰਨੇ ਵੀ ਲੋਕਾਂ ਨੂੰ ਅਸੀਂ ਜੋੜ ਸਕਦੇ ਇਸ ਨਾਲ, ਜਿੰਨੇ ਵੀ ਲੋਕਾਂ ਤੱਕ ਅਸੀਂ ਇਹ ਮੈਸੇਜ ਪਹੁੰਚਾ ਸਕਦੇ ਹਾਂ, it'll be wonderful, because ਆਪਾਂ ਆਪਸ ਵਿੱਚ ਸਾਰੇ ਕਰਦੇ ਰਹਿੰਦੇ ਹੈਗੇ ਆ। ਔਰ ਉਹ ਵੀ ਉੱਥੇ ਜਿਹੜਾ ਮੀਡੀਆ ਵੀ ਹੈਗਾ, ਮੋਸਟਲੀ ਸੋਸ਼ਲ ਮੀਡੀਆ ਹੈਗਾ, ਤੇ ਆਪਣੇ ਜਿਹੜੀਆਂ ਵੱਡੀਆਂ ਚੈਨਲਸ ਨੇ, ਖੈਰ ਮੇਰੇ ਖਿਆਲ ਰਾਜੇਵਾਲ ਜੀ ਨੇ ਕਿਹਾ ਸੀਗਾ ਕਿ ਕਾਫੀ ਸਾਰੀਆਂ ਮੇਨ ਸਟ੍ਰੀਮ ਮੀਡੀਆ ਚੈਨਲਸ ਵੀ ਉਹ ਮਾਰਚ ਦਿਖਾ ਰਹੀਆਂ ਨੇ। ਸੋ we should all keep an eye, and sorry just to add that. Yes ਗੁਰਿੰਦਰ ਜੀ। ਹਾਂਜੀ ਰਾਜੇਵਾਲ ਸਾਹਿਬ ਜੀ ਨੇ ਇੱਕ ਹੋਰ ਵੀ ਗੱਲ ਐਡ ਕੀਤੀ ਸੀ ਕਿ ਬਾਹਰੋਂ ਵੀ, ਮਤਲਬ ਮੇਰੇ ਖਿਆਲ ਤੁਹਾਨੂੰ ਵੀ ਪਤਾ ਹੋਣਾ ਹੈ, ਕਿਮੀ ਜੀ ਤੁਹਾਨੂੰ ਵੀ ਪਤਾ ਹੋਣਾ ਹੈ, ਬਾਹਰੋਂ ਵੀ ਬਹੁਤ ਸਾਰੇ, ਮੇਰੇ ਖਿਆਲ ਆਲਮੋਸਟ 1100 ਕੇ 11,000 ਦੇ ਕਰੀਬ ਜਰਨਲਿਸਟ ਜਿਹੜੇ ਨੇ ਇਸ ਪੂਰੇ ਇਜਲਾਸ ਨੂੰ, ਹਾਂਜੀ ਪੂਰੇ ਇਜਲਾਸ ਨੂੰ ਉਹ ਦਿਖਾਣਗੇ, ਪੂਰੇ ਵਰਲਡ ਦੇ ਵਿੱਚ ਦਿਖਾਣਗੇ। ਬਿਲਕੁਲ ਬਿਲਕੁਲ।
Yes, ਤੇ ਇਹ Kim. ਬਹੁਤ ਵੱਡੀ ਮਾਣ ਵਾਲੀ ਗੱਲ ਹੈਗੀ ਹੈ ਕਿ ਅਸੀਂ ਸ਼ੁਰੂਆਤ ਕੀਤੀ ਹੈ। ਇਹ ਇਕੱਲੇ ਇੰਡੀਆ ਦੀ ਇਸ ਵੇਲੇ ਗੱਲ ਨਹੀਂ ਰਹਿ ਗਈ, ਇਕੱਲੇ ਭਾਰਤ ਦੀ ਗੱਲ ਨਹੀਂ ਰਹਿ ਗਈ, ਇਹ ਪੂਰੇ ਵਰਲਡ ਦੇ ਵਿੱਚ ਜਿੱਥੇ ਜਿੱਥੇ ਵੀ ਕਿਸਾਨਾਂ ਦੇ ਨਾਲ ਵਧੀਕੀਆਂ ਹੋ ਰਹੀਆਂ ਨੇ, ਸਾਰੇ ਹੀ ਲੋਕ ਉੱਠਣ ਦੇ ਲਈ, ਸਾਰੇ ਹੀ ਜਾਗਣਗੇ। ਸਭ ਦੇ ਲਈ ਇਹ ਇੱਕ ਕੀ ਕਹਿੰਦੇ ਹੁੰਦੇ ਨੇ ਵੀ ਕਾਲ ਹੈ, ਵੇਕਅਪ ਕਾਲ ਹੈ। बिल्कुल बिल्कुल। ਸਾਰੇ ਤੁਸੀਂ ਆਓ। हाँ जी किमी। मैं ना एक ऐड करना चाहूंगी कि ये ਜਿਹੜੇ laws ने, these are the kind of laws that nobody can understand. Even our professor from, again, she's a PhD from University of Toronto, so she's she's into economics, so this is what she teaches. So she also read the laws. She couldn't understand. She said these laws are very confusing, and I'm happy that the farmers are aware that that these are not good laws for a small farmer. Like even a Toronto professor whose job is to understand these things, to understand all the economy and the economics and every kind of law, like fast, even she couldn't understand for days. She said I had to study for a few days to understand what it is. It's really bad. So, and That's then why I think the government is ticked off. government is saying that people are not understanding. If a professor cannot understand, like what do you expect? And well, and But whoever it's has amazing understood that the is a farmers got it. They got it. they got it. They understood. And the That was government, perfect. इसीलिए government इतनी गुस्सा में है, इतनी frustrated, समझ इसीलिए गया उनकी है। frustration है कि इनको समझ क्यों आ गई। उनकी प्रॉब्लम ये नहीं है कि इनको कुछ पता नहीं है किसानों को, उनकी प्रॉब्लम ये है कि इनको इतना पता क्यों है। So yeah, go ahead. And this is what it is. It's just that people feel that farmers are uneducated, that they don't know anything, they have no knowledge. That's why they cannot understand these laws. They Yeah. need to understand. People need to understand. The farmers are educated. They all have been to schools. Their children have gone to schools, and then many of the children are PhDs and attorneys. So come on, like don't think the farmer is from Balraj Sahni's movie Do Biga Zameen. It's not that farmer anymore. What Yes. happened to you guys? Like people feel कि कुछ आता नहीं है farmers को. अरे मेरी जान आपसे ज्यादा आता है, ज्यादा समझदार है. So, और अब तो वो पढ़े लिखे हैं, जब पढ़े लिखे नहीं भी थे तो जो लोग, जैसे मैंने पहले कहा था, जमीन से जुड़े होते हैं, उनको एक कॉमन सेंस होती है जो कि पढ़े लिखे लोगों में मिसिंग होती है। आई एम सॉरी। उन लोगों में एक कॉमन सेंस होती है। जब भी आप किसी भी आंदोलन की बात करते हो या इलेक्शंस के टाइम पे भी आप देखोगे, जितने भी गांव के, सिर्फ पंजाबी नहीं, पंजाबी तो थोड़ा ज्यादा अवेयर है, जितने भी दूसरे गांव के लोग हैं, इवन गुजरात के, यूपी के, कहीं के भी किसानों से आप बात करोगे, उनको बहुत कुछ पता होता है। दे आर मोर अवेयर बिकॉज इट्स डायरेक्टली अफेक्टिंग देम, राइट। शहर वाले जो मिडिल क्लास लोग हैं उनके लिए तो हाँ, जैसे रवीश कुमार जी कहते हैं, इफ इट डजंट अफेक्ट यू लेट मी टेल यू। सो वो बड़ी मजेदार बात पर हर जो भी उनका प्रोग्राम होता है उसमें एक लाइन वो उनको टेक ऑफ करने के लिए जरूर बोलते हैं। I enjoy that totally. Yes, गुरिंदर जी। ਮੈਂ ਕਹਿ ਰਹੀ ਮੈਂ ਜੋੜਨ ਲੱਗੀ ਸੀਗੀ ਕਿਮੀ ਜੀ, ਤੁਸੀਂ ਗੱਲ ਕਰ ਰਹੇ ਸੀਗੇ ਕਿ ਹੁਣ ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਸੋਚਦੇ ਨੇ ਕਿ ਵੀ ਉਹਨਾਂ ਨੂੰ ਨਹੀਂ ਪਤਾ। ਇਸ ਵੇਲੇ ਦੇਖੋ ਤੁਸੀਂ ਕਿੰਨੇ ਵਕੀਲ ਉੱਠੇ ਨੇ ਜੋ ਇਹਨਾਂ ਦੀ ਹਮਾਇਤ ਕਰ ਰਹੇ ਨੇ। ਇੱਥੋਂ ਤੱਕ ਕਿ ਅੱਜ ਕੱਲ ਜਿਹੜੇ ਰਿਟਾਇਰਡ ਜੱਜ ਨੇ ਉਹਨਾਂ ਨੂੰ ਵੀ ਤੁਸੀਂ ਸੁਣੋ, ਉਹ ਇੱਕ ਜਿਹੜੀ ਕਲੌਜ਼ ਹੈ ਨਾ ਉਸ ਦਾ ਉਹ ਡਾਇਸੈਕਟਮੀ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਉਹਨੂੰ ਬਿਲਕੁਲ ਖੁਦੇੜ ਕੇ ਉਹਨੂੰ ਦੱਸ ਰਹੇ ਨੇ, ਦਿਖਾ ਰਹੇ ਨੇ ਕਿ ਵੀ ਇਹਦੇ ਨਾਲ ਕਿੰਨਾ ਲੋਕਾਂ ਦਾ ਨੁਕਸਾਨ ਹੋਏਗਾ। ਬਹੁਤ ਸਾਰੇ ਜੱਜਸ ਆਏ ਨੇ, ਜਿਵੇਂ ਜੱਜ ਰਿਟਾਇਰਡ ਜੱਜ ਨੇ ਮਿਸਟਰ ਕਟਸੂ, ਆਈ ਥਿੰਕ ਯੂ ਮਸਟ ਨੇ, ਸਾਰਿਆਂ ਨੇ ਬੜਾ ਉਹਨਾਂ ਨੂੰ ਇਹ ਕੀਤਾ ਹੈਗਾ। ਤੇ ਅੱਜ ਕੱਲ ਇੱਕ ਹੋਰ ਸੀਗੇ, ਮੈਂ ਕੱਲ ਕੇ ਪਰਸੋਂ ਹੀ ਉਹਨਾਂ ਨੂੰ ਸੁਣਿਆ ਸੀਗਾ, BG ਕੋਲਸੇ ਪਾਟਿਲ, ਉਹ ਵੀ ਬੜੇ ਤਰੀਕੇ ਨਾਲ ਦੱਸ ਰਹੇ ਸੀ। ਪ੍ਰਸ਼ਾਂਤ ਭੂਸ਼ਣ ਜੀ ਹੈ ਨਾ, ਆਪਣੇ ਬੜੇ ਰਿਸਪੈਕਟੇਬਲ ਵਕੀਲ ਪ੍ਰਸ਼ਾਂਤ ਭੂਸ਼ਣ ਜੀ, ਫੂਲਕਾ ਜੀ, ਹਾਂ ਜਿਹੜੇ ਸਾਰੇ ਜੁੜੇ ਹੋਏ ਨੇ ਇਹਨਾਂ ਗੱਲਾਂ ਦੇ ਨਾਲ। ਹਾਂਜੀ ਜੁੜੇ ਹੋਏ ਨੇ। ਉਹਨਾਂ ਨੇ ਹਰ ਇੱਕ ਨੇ ਬੜੀਆਂ, ਹਰ ਇੱਕ ਕਲੌਜ਼ ਨੂੰ ਬੜੇ ਤਰੀਕੇ ਦੇ ਨਾਲ, ਬੜੀ ਸੰਜੀਦਗੀ ਦੇ ਨਾਲ ਉਹਨਾਂ ਨੇ ਸਮਝਾਇਆ ਹੈਗਾ। ਅਗਰ ਲੋਕਾਂ ਨੂੰ ਨਹੀਂ ਸਮਝ ਤੇ ਪਲੀਜ਼ ਜਾ ਕੇ ਇਹਨਾਂ ਨੂੰ ਤੁਸੀਂ ਸਰਚ ਕਰੋ, ਉਹਨੂੰ ਸੁਣੋ, ਕਿਉਂਕਿ ਇਹਦਾ ਜਿਹੜਾ ਇਫੈਕਟ ਆ ਉਹ ਇਕੱਲੇ ਕਿਸਾਨਾਂ ਨੂੰ ਹੀ ਨਹੀਂ, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਕਿਸਾਨ ਤਾਂ ਆਪਣਾ ਆਪ ਹਨਾ ਆਪਣੀ ਜ਼ਮੀਨ ਦੇ ਵਿੱਚੋਂ ਕੁਛ ਨਾ ਕੁਛ ਉਗਾ ਲੈਣਗੇ, ਖਾ ਲੈਣਗੇ, ਲੇਕਿਨ ਬਾਕੀਆਂ ਦਾ ਕੀ ਹੋਏਗਾ? 300 ਰੁਪਏ ਦੀ ਅੱਧਾ ਕਿਲੋ ਗੋਭੀ ਦੇ ਨਾਲ ਤਾਂ ਤੁਸੀਂ 2 ਦਿਨਾਂ ਦਾ ਪੇਟ ਨਹੀਂ ਭਰ ਸਕਦੇ। ਜੇ 600 ਰੁਪਏ ਨੂੰ ਕਿਲੋ ਗੋਭੀ ਹੋਏਗੀ ਤਾਂ ਪੂਰਾ ਟੱਬਰ ਕਿੱਥੋਂ ਰੋਟੀ ਖਾਏਗਾ? ਤੁਸੀਂ ਆਲੂ ਹੈ ਨਾ, ਆਲੂ ਦੀ ਤੁਸੀਂ ਦੇਖੋ, ਕਿਸੇ ਵੀ ਸਬਜ਼ੀ ਨੂੰ ਤੁਸੀਂ ਲੈ ਲਓ, ਜਿਹੜੀਆਂ ਸਾਨੂੰ ਜ਼ਰੂਰਤਮੰਦ ਚੀਜ਼ਾਂ ਨੇ ਉੱਥੇ, ਉਹਨਾਂ ਦੀ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਲੋਕਾਂ ਨੂੰ ਸਮਝ ਨਹੀਂ ਅਜੇ ਨਹੀਂ ਆ ਰਹੀ
ਜਿਨ੍ਹਾਂ ਨੂੰ ਨਹੀਂ ਸਮਝ ਆਈ, ਜਿਹੜੇ ਨਹੀਂ ਉੱਠ ਰਹੇ, ਉਹਨਾਂ ਨੂੰ ਸਮਝ ਨਹੀਂ ਆ ਰਹੀ ਅਜੇ, Yeah. ਪਰ If ਲੇਕਿਨ I'm not ਆਏਗੀ। wrong, if I can add, remember 60s में आंदोलन हुआ था जमाखोरी के खिलाफ। That's right, yeah. जमाखोरी के खिलाफ आंदोलन हुआ था, जब बड़े बड़े लालाज अपने गोदामों में भर के रख लेते थे और लोग राशन कार्ड लेके खड़े रहते थे और उनको खाना नहीं मिलता था। सो इनसे कोई पूछे, सो यू आर गिविंग खुली छूट, तो इन लोगों को खुली छूट दे रहे हो कि जितना मर्जी आप खुली भंडारण कर लो? हाउ इज दैट राइट? हाउ इज दैट राइट? यस किमी। And you know, it's the fact जो अभी बात हो रही है छोटे किसानों का, सबसे ज्यादा नुकसान तो उनका होगा जिनकी 5 किले, 5 एकड़ से कम जमीन है। आई नो फॉर नॉर्मल पीपल एकड़ उन्हें बहुत ज्यादा लगती है, लेकिन 5 एकड़ बहुत थोड़ी सी जमीन होती है खेती करने के लिए। एनीहाउ, सो इट्स कमिंग टू दोज फार्मर्स कि जैसे यू सेड के जमाखोरी के खिलाफ आंदोलन हुआ था, वही अभी जो छोटा किसान है उसकी तो फसल जब जवान होती है, जब वो फसल काटता है, तो फर्स्ट थिंग इज ही वांट्स टू सेल इट एंड गेट द मनी, ताकि पैसा आए, ताकि फिर आगे थोड़ा घर चले, फिर अगली फसल की तैयारी हो। वो कोई जमा थोड़ा कर सकता है। छोटा किसान के पास कहाँ कैपेबिलिटी है, कहाँ उसके पास गोडाउन है, कहाँ उसके पास हैसियत है, कहाँ उसके पास इतना पैसा है कि वो फसल को जमा कर सके। तो वो तो स्टोर कर ही नहीं सकेगा, कभी भी स्टोर नहीं कर सकेगा। और कहाँ उसके पास इतना पैसा है कि वो वहां ले जाए अपनी प्रोड्यूस को जहां उसे ज्यादा प्राइस मिलता है। अरे कैसे लेके जाएगा? जेब में डाल के थोड़ा ले जाएगा। एग्जैक्टली। हाँ, मैंने भी एक और गल याद, सॉरी गो अहेड किमी, गो अहेड किमी जी, गो। कमिंग बैक टू कि वही है कि ये स्टोरेज, दिस इज अ बिग 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 इशू, इट शुड नॉट बी दिस वे। हाँ जी गुरिंदर जी। ਮੈਨੂੰ ਵੀ ਇੱਕ ਗੱਲ ਹੋਰ ਯਾਦ ਆ ਗਈ, ਇਸੇ ਦੀ ਗੱਲ ਕਰਦੇ ਆ ਕਿ ਵਾਵਾ ਮੇਰੇ ਖਿਆਲ ਕੋਈ 30-35 ਸਾਲ ਤੋਂ ਵੀ ਪੁਰਾਣੀ ਗੱਲ ਹੈ। ਉਸ ਵੇਲੇ ਨਾ ਪੰਜਾਬ ਦੇ ਵਿੱਚ ਲੋਕਾਂ ਨੇ ਹਰ ਇੱਕ ਨੂੰ ਦੇਖੀ ਆਲੂ ਬੜੇ ਉਗਾ ਲਏ। ਆਲੂਆਂ ਦਾ ਭਾਅ ਇੰਨਾ ਗਿਰ ਗਿਆ ਕਿ ਜਿਹੜੇ ਟਰੱਕਾਂ ਦੇ ਟਰੱਕ ਜਿਨ੍ਹਾਂ ਦੇ ਕੋਲ ਹਿੰਮਤ ਸੀ ਉਹ ਲੈ ਕੇ ਤਾਂ ਗਏ ਦਿੱਲੀ ਦੇ ਵਿੱਚ ਵੇਚਣ ਦੇ ਲਈ, ਤੇ ਇੱਕ ਟਰੱਕ ਦੇ ਵਿੱਚੋਂ ਉਹਨਾਂ ਨੂੰ 700 ਕੇ 800 ਦਾ ਅਗਲੇ ਨੇ ਵੇਚਿਆ, ਕਿਰਾਇਆ ਵੀ ਕੱਢ ਕੇ, ਤੇ ਮੇਰੇ ਖਿਆਲ 2 ਰੁਪਏ ਬਚੇ। ਸਾਡੇ ਆਪਣੇ ਘਰਦਿਆਂ ਦੀ ਵੀ ਗੱਲ ਆ, ਮੇਰੇ ਮਾਮਾ ਜੀ ਨੂੰ 2 ਰੁਪਏ ਬਚੇ, ਤੇ ਉਹਨਾਂ ਟਾਈਮਾਂ ਦੇ ਵਿੱਚ ਕਹਿੰਦੇ ਜੀ 2 ਰੁਪਏ ਦੇ ਵਿੱਚ ਬਾਕੀ 2 ਰੁਪਏ ਪਾ ਕੇ ਅਸੀਂ ਸ਼ਾਮ ਨੂੰ ਇੱਕ ਮੂਵੀ ਦਾ ਸ਼ੋਅ ਦੇਖ ਕੇ ਆਏ। Oh my God. ਓਕੇ, ਉਹ ਸਰਵਾਈਵ ਕਰ ਗਏ ਹਨਾ। ਸੋ ਹਮੇਸ਼ਾ ਮਤਲਬ ਇਹਨਾਂ ਗੱਲਾਂ ਦਾ ਨਾ ਸਾਡੇ ਘਰ ਦੇ ਵਿੱਚ ਅਸੀਂ ਬੜਾ ਲਾਈਟਲੀ ਲੈਂਦੇ ਸੀ, ਬੜਾ ਹਾਸਾ ਵੀ ਪੈਂਦਾ ਸੀਗਾ ਕਿ ਜੀ ਦੇਖੋ ਵੱਡੇ ਸਰਦਾਰ ਚੱਲੇ ਨੇ ਹਨਾ, ਆਪਣੀ ਜਿੰਸ ਵੇਚਣ ਦੇ ਲਈ ਪੱਲਿਓਂ ਪਾ ਕੇ ਮੂਵੀ ਦਾ ਸ਼ੋਅ ਦੇਖ ਆਏ ਨੇ, ਬੜੀ ਵੱਡੀ ਗੱਲ ਕੀਤੀ ਹੈ। ਲੇਕਿਨ ਜਿਵੇਂ ਹੁਣ ਇਹ ਕਹਿ ਰਹੇ ਨੇ ਜੀ ਅਸੀਂ ਤਾਂ ਸਭ ਨੂੰ ਖੁੱਲਾ ਸੱਦਾ ਦੇ ਦਿੱਤਾ ਕਿ ਤੁਸੀਂ ਜਿੱਥੇ ਵੀ ਮਰਜ਼ੀ ਵੇਚੋ। ਉਹ ਕਮ ਔਨ, ਤੁਸੀਂ ਜਿਵੇਂ ਕਹਿ ਹੀ ਰਹੇ ਹੋ ਕਿ ਜਿਨ੍ਹਾਂ ਦੀ 5 ਏਕੜ ਤੋਂ ਘੱਟ ਜ਼ਮੀਨ ਆ, ਉਹ ਵਿਚਾਰਾ ਖਾਊਗਾ ਕੀ ਤੇ ਵੇਚੂਗਾ ਕੀ, ਤੇ ਲੈ ਕੇ ਕਿੱਥੇ ਜਾਏਗਾ? ਬਿਲਕੁਲ ਬਿਲकुल ਹੈ ਨਾ, ਉਹਦਾ ਖਰਚਾ ਹੀ ਨਹੀਂ ਪੂਰਾ ਹੋਣਾ। ਉਹ ਤਾਂ ਇੱਕ ਡਿਸਟ੍ਰਿਕਟ ਤੋਂ ਦੂਸਰੇ ਡਿਸਟ੍ਰਿਕਟ ਤੱਕ ਨਹੀਂ ਜਾ ਸਕਦਾ ਨਾ। ਮੰਡੀਆਂ ਦੇ ਵਿੱਚ ਤਾਂ ਉਹ ਈਜ਼ੀਲੀ ਵਿਚਾਰਾ ਜਾ ਸਕਦਾ, ਮੰਡੀਆਂ ਵਾਲੇ ਨੂੰ ਦੇ ਸਕਦਾ ਹੈ। ਤੇ ਇਹਨਾਂ ਲੋਕਾਂ ਨੂੰ ਇਹ ਫੇਰ ਨਹੀਂ ਸਮਝ ਆ ਰਹੀ, ਪਤਾ ਨਹੀਂ ਕਿੱਥੇ ਬੈਠ ਕੇ, ਸੌਰੀ ਕਿੱਥੇ ਬੈਠ ਕੇ ਇਹਨਾਂ ਨੇ ਕਰਦਾ, ਔਰ ਕਿੱਥੇ ਬੈਠ ਕੇ ਇਹਨਾਂ ਨੇ ਇਹ ਸੰਸਦ ਦੇ ਵਿੱਚ ਕਿਹੜੀ ਜਗ੍ਹਾ ਦੇ ਵਿੱਚ ਬੈਠ ਕੇ ਉਹਨਾਂ ਨੇ ਜੂਨ ਦੇ ਵਿੱਚ ਇਹਨਾਂ ਨੂੰ ਪਾਸ ਕਰ ਦਿੱਤਾ ਇਸ ਬਿੱਲ ਨੂੰ। ਸਪਟੈਂਬਰ ਦੇ ਵਿੱਚ, ਸਪਟੈਂਬਰ ਜੂਨ ਪਾਸ ਵੀ ਧੱਕੇ ਨਾਲ ਕੀਤਾ, ਪਾਸ ਕਾਫੀ ਧੱਕੇ ਨਾਲ, ਬਿਲਕੁਲ ਕਾਫੀ ਧੱਕੇ ਨਾਲ। ਸਟੇਜ ਦਾ ਮਾਮਲਾ ਹੈ। ਯੈਸ ਕਿਮੀ ਜੀ, ਗੋ ਅहेड। ਔਰ ਗੁਰਿੰਦਰ ਜੀ ਤੁਹਾਡੇ ਉੱਤੇ ਦੇਖਦੀ ਕਿ ਕਿਸਾਨ ਕਿੱਥੇ ਜਾ ਕੇ ਵੇਚੂਗਾ, ਇਹ ਲੋਕ ਕੀ ਸੋਚਦੇ ਨੇ? ਇਹਨਾਂ ਲੋਕਾਂ ਨੇ ਈਮੇਲ ਤੋਂ ਇਲਾਵਾ ਕੁਝ ਕੀਤਾ ਨਹੀਂ ਹੈ। ਇਸ ਉੱਤੇ ਈਮੇਲ ਕਰ ਦੂਗਾ ਜਾਂ ਫਿਰ ਉਹਨੂੰ ਪੋਸਟ ਕਰ ਦੂਗਾ। नो आइडिया, उनको they have no idea कि फसल कितनी होती है, कितने क्विंटल चाहिए होती है, कब होती है, कैसे होती है, और ईमेल नहीं की जा सकती है। they don't know that. एक कर सकती है good one. Why can't they email it? That's a really good one. अब एक बार फिर से हम ये ट्रैक्टर मार्च की, क्योंकि हाँ मैं करंट मुद्दा है, ट्रैक्टर मार्च की तरफ आते हैं। तो इसके बारे में आप लोगों के क्या ख्याल है? इसको जो रोकने की इतनी कोशिश की गई, एक बात मैं कहना चाहती हूँ इसके बारे में कि देखो वहां पे हमेशा रिपब्लिक डे परेड होती है, तो एक डेमोक्रेसी के लिए इससे ज्यादा खूबसूरत चीज क्या हो सकती थी कि उनके किसान अपनी सारी अच्छी मॉडर्न टेक्नोलॉजी के साथ आके अपनी सुंदर सुंदर झांकियां सजा के वो करें, तो इसमें तो देश की शान बढ़ेगी, इसमें तो देश की शान ऊंची होगी। तो इससे इतनी प्रॉब्लम क्यों है गवर्नमेंट को?
ਵੀ ਉਹਨਾਂ ਨੂੰ ਸਮਝਾਵੇ ਕੌਣ? ਉਹਨਾਂ ਨੇ ਜਿਹੜੀਆਂ ਝਾਕੀਆਂ ਕੱਢਣੀਆਂ ਨੇ ਉਹਦੇ ਵਿੱਚ ਵੀ ਉਹਨਾਂ ਨੇ ਪੈਸੇ ਬਣਵਾਉਣੇ ਨੇ, ਕਿਉਂਕਿ ਉਹ ਖਰਚਾ ਹੋਣਾ ਆ, ਉਹ ਵੀ ਉਹਨਾਂ ਨੇ ਪੈਸੇ ਬਣਵਾਉਣੇ, ਜੇਬਾਂ 'ਚ ਪਾਉਣੇ ਨੇ। ਇਹ ਤਾਂ ਫ੍ਰੀ ਵਿੱਚ ਜਾਣੀਆਂ ਨੇ, या बिल्कुल ਹੈਨਾ। ਉਹ ਫ੍ਰੀ ਦੇ ਵਿੱਚ बिल्कुल ਕਿਉਂ ਕਿਸੇ ਨੂੰ ਕਹਿਣਗੇ ਵੀ ਤੁਸੀਂ ਭਾਈ ਅੱਗੇ ਆਓ ਤੇ ਆਪਣਾ ਕੱਢੋ। ਇਸ ਵੇਲੇ ਇਹ ਇੱਕ ਵਨ ਆਫ ਦੀ ਐਜੀਟੇਸ਼ਨ, ਵਨ ਆਫ ਦਾ ਮਾਰਚ ਹੋਏਗਾ ਜਿਹੜਾ ਪੂਰੇ ਵਰਲਡ ਦੇ ਵਿੱਚ ਦਿਸੇਗਾ। जैसे ਮੈਂ ਤੁਹਾਨੂੰ ਦੱਸਿਆ, and ਮੈਂ fully sponsored by themselves, fully ਐਗਜ਼ੈਕਟਲੀ, ਹਾਂਜੀ। fully supported, sponsored by themselves. ਤੁਹਾਨੂੰ ਮੈਂ ਦੱਸਿਆ ਕਿ ਆਪਣੇ ਇੱਥੇ ਇੰਡੀਆਨਾ ਦੇ ਵਿੱਚ ਹਾਈਵੇ 65 ਦੇ ਉੱਤੇ ਬਹੁਤ ਵੱਡਾ ਬਿਲਬੋਰਡ ਲਗਾਇਆ ਇਹਨਾਂ ਨੇ ਕਿਸਾਨਾਂ ਦੇ ਲਈ, अच्छा ਕਿਸਾਨ ਮਾਰਚ ਦੇ ਲਈ। ਹਾਂਜੀ, ਉਹ ਜਿਹੜੇ ਮੇਰੀ ਇੰਡੀਆਨਾ ਤੋਂ ਆਪਣੇ ਬਲਦੇਵ ਸਿੰਘ ਜੀ ਵੀ ਗਏ ਨਾ ਉੱਥੇ, ਸਾਰਿਆਂ ਨੂੰ ਆਪਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਕੱਲ ਉਹਨਾਂ ਦੀ ਸਪੀਚ ਸੀਗੀ ਕੁੰਡਲੀ ਬਾਰਡਰ ਤੇ, ਅੱਛਾ, ਠੀਕ ਹੈ। ਜਾਂ ਉਹਨਾਂ ਦਾ ਹੀ ਗਰੁੱਪ ਹੈਗਾ ਕੋਈ, ਜਿਹੜਾ ਬਲਦੇਵ ਸਿੰਘ ਉਹਨਾਂ ਦਾ ਨਾਂ ਹੈ, ਟਾਂਡਾ ਤੋਂ ਨੇ ਉਹ, ਜੀ ਤੇ ਜੀ, ਉਹ ਵੀ ਬੋਲ ਰਹੇ ਸੀਗੇ ਕੱਲ, ਉਹਨਾਂ ਨੇ ਦੱਸਿਆ ਸੀਗਾ। ਸੋ ਦੇਖੋ ਕਿੰਨੇ ਮਤਲਬ ਆਪਣੇ ਆਪ ਸਾਰੇ ਲੋਕ ਇਹਦੇ ਨਾਲ ਜੁੜ ਰਹੇ ਨੇ। ਐਂਡ ਇਟ ਕੁਡ ਹੈਵ ਬੀਨ ਅ ਬਿਊਟੀਫੁਲ ਸੈਲੀਬ੍ਰੇਸ਼ਨ ਆਫ ਡੈਮੋਕ੍ਰੇਸੀ। ਇਟ Anyone who ਕੁਡ, is doing this kind of andolan. Yes, Kimi ji. Yeah, this, I think this should be done every year, because देश का नारा है जय जवान Jai जय Jawan, किसान। Jai Kisan. January 26 Republic Day parade ਅਸੀਂ ਸਾਰੇ ਜਵਾਨ, ਸਾਰੇ ਰੈਜੀਮੈਂਟਸ, किसान. ਪੂਰੀ ਆਰਮੀ, ਪੂਰੇ ਜਿਹੜੇ ਵੈਪਨਸ ਨੇ, ਮਿਸਾਈਲਸ ਨੇ, ਉਹ ਸਾਰੀਆਂ ਦਿਖਾਉਂਦੇ ਆ। ਐਂਡ ਦੈਨ ਜੈ ਜਵਾਨ ਜੈ ਕਿਸਾਨ, ਜੈ we ਕਿਸਾਨ। have to show farmers too. I think this should be the trend going forward, so I would love to see that. Yes. ਮੈਨੂੰ if I'm not wrong, ਮੈਨੂੰ ਯਾਦ ਆ ਰਿਹਾ ਆ ਕਿ ਲਾਸਟ ਈਅਰ ਜਦੋਂ 26 ਜਨਵਰੀ ਦੀ ਪਰੇਡ ਹੋਈ ਹੈ, ਮੈਨੂੰ ਲੱਗਦਾ ਕਿ ਇਹਨਾਂ ਨੇ ਸਿੱਖ ਰੈਜੀਮੈਂਟ ਨੂੰ ਉਸ ਵੇਲੇ ਉਹਦੇ ਵਿੱਚ ਨਹੀਂ ਸੀ ਪਾਇਆ, Mm-hmm. ਜਿੱਥੋਂ ਤੱਕ ਮੇਰਾ ਖਿਆਲ ਹੈ। ਮੈਂ 100% ਸ਼ੋਰ ਨਹੀਂ ਹੈ, ਓਕੇ। ਲੇਕਿਨ ਇਸ ਵੇਲੇ ਤੁਸੀਂ ਦੇਖੋ ਕਿ ਪੂਰਾ ਪੰਜਾਬ ਦੇ ਲੋਕਾਂ ਨੇ ਨਾਲ ਪੂਰੇ ਭਾਰਤ ਨੂੰ ਲੈ ਲਿਆ ਆ, ਆਪਣੇ ਅੱਗੇ ਲਗਾ ਲਿਆ ਆ। ਕਿੱਡੀ ਮਾਣ ਵਾਲੀ ਗੱਲ ਆ ਪੰਜਾਬੀਆਂ ਦੇ ਲਈ। ਪੰਜਾਬੀਆਂ ਦਾ ਇੱਕ ਕਦਮ ਕਿੱਥੇ ਲੈ ਕੇ ਗਿਆ। ਅਗਰ ਪੰਜਾਬੀ ਨਾ ਉੱਠਦੇ ਤਾਂ ਕਿਸੇ ਹੋਰ ਨੇ ਉੱਠਣਾ ਨਹੀਂ ਸੀ। हाँ बिल्कुल ਪੂਰੇ बिल्कुल ਪੰਜਾਬ ਨੇ ਹਰਿਆਣੇ ਨੂੰ, ਬਿਲਕੁਲ ਹਰਿਆਣਾ ਉਹਨਾਂ ਦਾ ਛੋਟਾ ਭਰਾ ਆ, ਪੰਜਾਬ ਹਰਿਆਣਾ ਅੱਗੇ ਲੱਗੇ ਨੇ ਤਾਂ ਪੂਰੇ ਦਾ ਪੂਰੇ ਜਿੰਨੀਆਂ ਵੀ ਸਟੇਟਸ ਨੇ ਉੱਥੇ 28 29 ਸਟੇਟਸ, ਹਰ ਇੱਕ ਸਟੇਟ ਦੇ ਵਿੱਚੋਂ ਹਰ ਇਨਸਾਨ ਹਿੱਸਾ ਲੈ ਰਿਹਾ ਹੈ। ਬਹੁਤ ਹੀ हाँ ਵੱਡੇ ਮਾਣ ਔਰ ਫਖਰ ਵਾਲੀ ਗੱਲ ਹੈ ਪੰਜਾਬੀਆਂ ਦੇ ਲਈ। ਔਰ ਜਿਸ ਤਰੀਕੇ ਦੇ ਨਾਲ, ਜਿਸ ਸੰਜੀਦਗੀ ਦੇ ਨਾਲ, ਜਿਸ ਸਹਿਨਸ਼ੀਲਤਾ ਦੇ ਨਾਲ, ਜਿਸ ਡਿਸਪਲਿਨ ਦੇ ਨਾਲ ਇਹ ਇਸ ਵੇਲੇ ਐਜੀਟੇਸ਼ਨ, ਇਹ ਫਾਰਮਰ ਜਲਸੇ ਚੱਲ ਰਹੇ ਨੇ, ਉੱਥੇ ਅੰਦੋਲਨ ਚੱਲ ਰਿਹਾ ਆ, ਇਹਦੀ ਸਾਰਿਆਂ ਦੀ ਆਪਣੇ ਸਰਦਾਰ ਬਲਵੀਰ ਸਿੰਘ ਰਾਜੇਵਾਲ ਵੀ ਕਹਿੰਦੇ ਨੇ ਬਾਰ-ਬਾਰ, ਔਰ ਮੈਂ ਖੁਦ ਵੀ ਸੋਚਦੀ ਹਾਂ ਕਿ ਇਹ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। बिल्कुल बिल्कुल ਸਾਰੇ ਬੱਚਿਆਂ ਨੂੰ, ਜਵਾਨਾਂ ਨੂੰ, ਹਰ ਇੱਕ ਦੇ ਲਈ ਮਾਣ ਵਾਲੀ ਗੱਲ ਹੈ। ਹਰ ਇੱਕ ਨੇ ਆਪਣੇ ਆਪ ਨੂੰ ਉਸ ਢਾਂਚੇ ਦੇ ਵਿੱਚ ਢਾਲ ਲਿਆ ਆ, ਔਰ ਬੜੇ ਫਖਰ ਦੇ ਨਾਲ ਉੱਥੇ ਬੈਠੇ ਹੋਏ ਨੇ, ਬੜੀ ਹਿੰਮਤ ਦੇ ਨਾਲ ਬੈਠੇ ਹੋਏ ਨੇ, ਬੜੇ ਡਿਸਪਲਿਨ ਦੇ ਨਾਲ ਬੈਠੇ ਹੋਏ ਨੇ, ਤੇ ਇਸ ਜਲਸੇ ਨੂੰ ਅੱਗੇ ਵਧਾ ਰਹੇ ਨੇ। ਹਾਂਜੀ ਕਿਮੀ ਜੀ, ਤੁਸੀਂ ਬੋਲ ਰਹੇ ਸੀ। ਇੱਥੇ ਨਾ ਕੈਲੀਫੋਰਨੀਆ ਚ ਇਸ ਜਗ੍ਹਾ ਤੇ ਐਲਏ ਦੇ ਕੋਲੇ ਰੋਜ਼ ਪਰੇਡ ਹੁੰਦੀ ਹੈ, ਰਾਈਟ ਮੈਮ? there's a Yes. rose parade New and in the Year's rose Day ਤੇ। parade, ਹਾਂਜੀ New Year's Day ਤੇ ਯਸ, ਰੋਜ਼ ਪਰੇਡ ਹੁੰਦੀ ਹੈ। ਤੇ ਰੋਜ਼ ਪਰੇਡਸ ਪਿਛਲੇ ਸਾਲ ਇੰਡੀਆ ਦਾ ਜਿਹੜਾ ਉਹ ਇਹਨਾਂ ਨੇ ਬਣਾਈ ਸੀਗੀ ਉਹ ਛਾਤੀ, ਕੀ ਉਹਨੂੰ ਕਹਿੰਦੇ ਆ, the what do they call it, ਜਿਹੜੀ float ਉਹਦੇ ਵਿੱਚ ਉਹ ਖੇਤੀ ਹੀ ਦਿਖਾਈ ਸੀਗੀ। ਉਹਦੇ ਵਿੱਚ ਫਸਲ ਸੀਗੀ, ਉਹਦੇ ਵਿੱਚ ਕਣਕ ਸੀ, ਉਹਦੇ ਵਿੱਚ ਇਹ ਸਭ ਹੋ ਰਿਹਾ ਸੀ। ਸੋ ਫਾਰਮਿੰਗ ਇਜ਼ ਦ ਬੇਸਿਸ ਆਫ ਆਰ culture, like our main thing. So farming is the basis of the whole humanity. So Yes. this was the thing that was shown in the rose parade here. So, yes that's right ਕਿਉਂਕਿ ਜੇ ਫਾਰਮਰ ਨਹੀਂ, ਅਗਰ ਅਸੀਂ ਖਾਵਾਂਗੇ ਨਹੀਂ, ਅਸੀਂ ਆਪਣੀ ਬਾਡੀ ਨੂੰ ਨਿਊਟ੍ਰੀਸ਼ਨ ਨਹੀਂ ਪ੍ਰੋਪਰ ਢੰਗ ਦੇ ਨਾਲ ਦਿੱਤੀ, ਖਾਧਾ ਨਹੀਂ ਅਸੀਂ ਪ੍ਰੋਪਰ ਢੰਗ ਦੇ ਨਾਲ, ਤੇ ਅਸੀਂ ਕਰਾਂਗੇ ਕੀ? ਅਸੀਂ ਸੋਚ ਵੀ ਨਹੀਂ ਸਕਦੇ। ਤੁਸੀਂ ਦੇਖੋ ਕਿੰਨੇ ਮਾਲ ਨਿਊਟ੍ਰੀਸ਼ਨ ਨੇ ਆਪਣੇ ਅਫਰੀਕਾ ਦੇ ਵਿੱਚ, ਬਹੁਤ ਸਾਰੇ ਲੋਕ ਨੇ ਜਿਹੜੇ ਕਿ ਵਿਚਾਰਿਆਂ ਦੀ ਤੁਸੀਂ ਉਹਨਾਂ ਦੀਆਂ ਹੱਡੀਆਂ ਗਿਣ ਸਕਦੇ ਹੋ। ਇਥੀਓਪੀਆ ਦੇ ਵਿੱਚ, yes ਇਥੋਪੀਆ ਦੇ ਵਿੱਚ, ਹਾਂ ਅਫਰੀਕਾ ਦੀ, ਯਾ ਹੈ ਨਾ। ਤਾਂ Yeah. ਇਹਨਾਂ ਨੂੰ ਸਮਝ, ਮਤਲਬ ਤੁਸੀਂ ਸਾਡੀ ਜਿਹੜੀ ਮੁੱਢਲੀ ਸਾਡੀ ਜ਼ਿੰਦਗੀ ਦੀ ਜ਼ਰੂਰਤ ਆ ਖੁਰਾਕ। ਖੁਰਾਕ ਤੋਂ ਬਿਨਾਂ ਅਸੀਂ ਕੁਝ ਨਹੀਂ ਕਰਦੇ। ਉਸ ਤੋਂ ਬਾਅਦ ਹੀ ਸਾਨੂੰ ਅਸੀਂ ਡਿਵੈਲਪ ਹੁੰਦੇ ਹਾਂ, ਫਿਰ ਸਾਨੂੰ ਨੌਲੇਜ ਮਿਲਦੀ ਹੈ, ਫਿਰ ਅਸੀਂ ਅੱਗੇ ਹੋਰ ਦੀ ਹੋਰ ਕੰਮ ਕਰਦੇ ਹਾਂ, ਰਾਈਟ। ਲੇਕਿਨ ਉਹੀ ਸਾਨੂੰ ਨਹੀਂ, ਜੇ ਖਾਣਾ ਹੀ ਨਹੀਂ ਸਾਨੂੰ ਪ੍ਰੋਪਰ ਮਿਲਿਆ ਤਾਂ ਅਸੀਂ ਸੋਚਣਾ ਕਿੱਥੋਂ, ਅਸੀਂ ਅੱਗੇ ਕੀ ਕਰਨਾ, ਅਸੀਂ ਪੜ੍ਹਨਾ ਕਿੱਥੋਂ, ਅਸੀਂ ਕੁਝ ਵੀ ਨਹੀਂ ਕਰ ਸਕਦੇ। ਇਹਨਾਂ ਨੇ ਸਾਡਾ ਸਾਰਾ ਕੁਝ ਹੀ ਖਤਮ ਕਰ ਦਿੱਤਾ, ਪੜ੍ਹਾਈ ਇਹਨਾਂ ਨੇ ਖਤਮ ਕਰ ਦਿੱਤੀ, ਮਨੂਵਾਦ ਨੂੰ ਅੱਗੇ ਲੈ ਕੇ ਆ ਰਿਹਾ, ਪੂਰੇ ਹਿੰਦੁਸਤਾਨ ਨੂੰ ਹਿੰਦੂ ਬਣਾਉਣ ਦੀ ਉਸ ਗੱਲ ਸੋਚ ਕੇ ਲੈ ਕੇ ਚੱਲਿਆ ਸੀਗਾ, ਲੇਕਿਨ ਹੋ ਸਕੇ ਉਹਦੇ ਉਲਟਾ ਗਿਆ।
ਪੂਰਾ ਭਾਰਤ ਤੇ ਉਹਦੇ ਰਸਤੇ ਵਿੱਚ ਆ ਰਹੇ ਨੇ ਉਹਦੇ ਕਾਫੀ ਲੋਕ। ਪੰਜਾਬੀ ਆ ਗਏ ਉਹਦੇ ਰਸਤੇ ਦੇ ਵਿੱਚ। ਪੰਜਾਬੀ ਵੀ ਬਹੁਤ ਸਾਰੇ ਆਦੀਵਾਸੀ ਲੋਕ ਨੇ, ਦਲਿਤ ਲੋਕ ਨੇ ਕਰ ਰਹੇ ਆ। ਅੱਜ ਮੈਂ ਦੇਖ ਰਹੀ ਸੀ ਇੱਕ ਆਦੀਵਾਸੀਆਂ ਦਾ ਜੱਥਾ ਵੀ ਚੱਲਿਆ ਹੋਇਆ ਕਿਸਾਨਾਂ ਵਾਸਤੇ। ਹਾਂਜੀ ਹਾਂਜੀ ਦੇਖਿਆ ਸੀ ਤੁਸੀਂ, ਜਿਹੜਾ ਖੇਤਾਂ ਵਿੱਚੋਂ ਦੀ ਹਾਂ ਝਾੜੀ ਵਿੱਚੋਂ ਦੀ ਚੱਲ ਕੇ ਆ ਰਹੇ ਵਿਚਾਰੇ ਪੈਦਲ, ਤਾਮਿਲਨਾਡੂ ਤੋਂ। ਬਿਲਕੁਲ ਬਿਲਕੁਲ। ਉਹ ਤੁਸੀਂ ਉਹ ਇੱਕ ਚੁਟਕਲਾ ਨਹੀਂ ਸੁਣਿਆ, ਬਹੁਤ ਸਾਰੇ ਲੋਕਾਂ ਨੇ ਪਾਇਆ ਹੋਇਆ ਕਿ ਉਹ ਮੋਦੀ ਤੇ ਅਮਿਤ ਸ਼ਾਹ ਆਪਸ ਵਿੱਚ ਗੱਲ ਕਰਦੇ, ਕਹਿੰਦਾ ਯਾਰ ਆਪਾਂ ਤਾਂ ਹਿੰਦੂ ਮੁਸਲਿਮ ਕਰਦੇ ਰਹੇ ਆ, ਇਹ ਪੰਜਾਬੀ ਕਿੱਥੋਂ ਆ ਗਏ ਵਿੱਚ? ਇਹ ਤਾਂ ਆਪਾਂ ਪੜ੍ਹਿਆ ਹੀ ਨਹੀਂ ਪੰਜਾਬੀ ਸੀ। ਕਿੱਥੋਂ ਆ ਗਏ? This was not in our syllabus. ਐਗਜ਼ੈਕਟਲੀ ਆ। ਸੋ ਇਹਨਾਂ ਨੇ ਹਰ ਇੱਕ ਨੂੰ ਹਲੂਣਾ ਦਿੱਤਾ, ਹਰ ਇੱਕ ਬੰਦਾ ਉੱਠਿਆ ਹੈ ਔਰ ਬੜੇ ਸ਼ਾਂਤਮਈ ਢੰਗ ਦੇ ਨਾਲ। ਤੁਸੀਂ ਦੇਖੋ ਹੁਣ ਜਦੋਂ ਇਹਨਾਂ ਨੇ ਗੱਲ ਕੀਤੀ ਹੈ ਤੇ ਹੁਣ ਵੀ ਤਾਂ ਮੰਨੇ ਆ ਨਾ ਕਿ ਜੀ ਹਾਂ ਜੀ ਤੁਸੀਂ ਰਿੰਗ ਰੋਡ ਦੇ ਉੱਤੇ ਮਤਲਬ ਕਰ ਸਕਦੇ ਹੋ ਆਪਣੀ ਪਰੇਡ। ਜੇ ਤੁਸੀਂ ਪਹਿਲਾਂ ਹੀ ਮੰਨ ਜਾਂਦੇ ਤਾਂ ਫਿਰ ਕੀ ਹੋਣਾ ਸੀ, ਹਨਾ? ਪਹਿਲਾਂ ਹੀ ਮੰਨ ਜਾਓ। ਹੁਣ ਵੀ ਤੁਸੀਂ ਮੰਨਣਾ ਹੈਗਾ, ਇਹਨਾਂ ਨੇ ਇਹ ਕਾਲੇ ਕਾਨੂੰਨ ਵੀ ਰੱਦ ਕਰਨੇ ਨੇ। ਜੇ ਮਾਨਣਾ ਤੁਸੀਂ ਪੜੇਗਾ। ਮੰਨ ਜਾਓ, ਜਿਹੜੇ ਉੱਥੇ 150 ਤੋਂ ਉੱਪਰ ਬੰਦੇ ਮਰ ਚੁੱਕੇ ਨੇ, ਹੈਨਾ? ਸਾਡੀ ਦਿਲੋਂ ਸ਼ਰਧਾਂਜਲੀ ਹੈ ਉਹਨਾਂ ਦੇ ਲਈ, ਅਸੀਂ ਸ਼ਰਧਾਂਜਲੀ ਹੀ ਨਹੀਂ ਭੇਟ ਕਰ ਸਕਦੇ ਹਾਂ। 80 ਲੋਕਾਂ ਤੋਂ ਉੱਪਰ ਮਰ ਚੁੱਕੇ ਨੇ ਗੁਰਿੰਦਰ ਜੀ, if I can correct ਨਹੀਂ you. ਨਹੀਂ ਨਹੀਂ 140 ਤੋਂ ਉੱਪਰ ਹੋ ਗਏ ਪੈ। 140 ਤੋਂ ਉੱਪਰ ਹੋ ਗਏ। ਹਾਂਜੀ 140 ਤੋਂ ਉੱਪਰ ਹੋ ਚੁੱਕੇ Oh, ਨੇ। I thought you said 40. ਹਾਂ ਅਸੀਂ ਇੱਥੇ ਬੈਠੇ ਨਹੀਂ, ਮੈਂ ਕਿਹਾ 140 ਤੋਂ ਉੱਪਰ ਹੋ ਚੁੱਕੇ ਨੇ। Sorry. ਅਸੀਂ ਇੱਥੇ ਬੈਠ ਕੇ ਦੇਖੋ, ਸਾਡੇ ਦਿਲ ਨੂੰ ਅਸੀਂ ਦਿਲੋਂ ਅੰਦਰੋਂ ਸੋਚਦੇ ਆ ਕਿ ਉਹਨਾਂ ਫੈਮਲੀਜ਼ ਦੇ ਨਾਲ, ਉਹਨਾਂ ਪਰਿਵਾਰਾਂ ਦੇ ਨਾਲ ਕੀ ਬੀਤ ਰਿਹਾ ਹੋਏਗਾ, ਹੈਨਾ? ਅਸੀਂ ਤੇ ਗੱਲ ਹੀ ਕਰ ਰਹੇ ਹਾਂ ਨਾ, ਅਸੀਂ ਗੱਲ ਕਰਕੇ ਤੁਸੀਂ ਆਪਣੇ ਵੱਲ ਚਲੇ ਜਾਣਾ, ਮੈਂ ਆਪਣੇ ਘਰ ਚਲੇ ਜਾਣਾ। ਜਿਸ ਦੇ ਉੱਤੇ ਬੀਤਦੀ ਹੈ ਪਤਾ ਉਸ ਨੂੰ ਲੱਗਦਾ ਹੈ, Yeah. ਹੈਨਾ? ਭਾਵੇਂ ਅਸੀਂ ਬਾਅਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕਰੀਏ, ਅਸੀਂ ਜੋ ਮਰਜ਼ੀ ਕਰੀਏ ਉਹਨਾਂ ਦੀਆਂ ਫੈਮਲੀਜ਼ ਦੇ ਲਈ, ਲੇਕਿਨ ਜਿਹੜਾ ਇਨਸਾਨ ਇਸ ਐਜੀਟੇਸ਼ਨ ਦੇ ਵਿੱਚ ਹਿੱਸਾ ਲੈਂਦਾ ਚਲਾ ਗਿਆ, ਜਿਸਨੇ ਸ਼ਹੀਦੀ ਪ੍ਰਾਪਤ ਕਰ ਲਈ, ਹੈਨਾ? ਉਹਦੇ ਬਾਅਦ ਦੇ ਵਿੱਚ ਆਪਾਂ ਉਹਨਾਂ ਨੂੰ ਜੋ ਮਰਜ਼ੀ ਕਰੀ ਜਾਈਏ, ਆਪਾਂ ਉਹਨਾਂ ਨੂੰ ਫੁੱਲਾਂ ਦੀਆਂ ਮਾਲਾ ਚੜਾਈ ਜਾਈਏ, ਲੇਕਿਨ ਉਹ ਤਾਂ ਚਲਾ ਗਿਆ ਨਾ। ਪਰਿਵਾਰ ਦੇ ਵਿੱਚੋਂ ਤਾਂ ਇੱਕ ਇਨਸਾਨ ਚਲਾ ਗਿਆ, ਇੱਕ ਪਰਿਵਾਰ ਦਾ ਬਹੁਤ ਵੱਡਾ ਪਰ ਕਿੰਨੀ ਸਦੱਸਯ ਚਲਾ ਬੇਵਸੀ ਗਿਆ। ਉਹ ਫੀਲ ਕਰ ਰਹੇ ਹੋਣਗੇ ਕਿ ਕਿਸੇ ਜੰਗ ਵਿੱਚ ਜਾ ਕੇ ਨਹੀਂ ਕੋਈ ਮਰਿਆ। ਹਾਂ ਇਹੋ ਜਿਹੀ ਥਾਂ ਤੇ ਨਹੀਂ ਕਿ ਇੱਕ ਪੀਸਫੁਲ ਪ੍ਰੋਟੈਸਟ ਕਰਦੇ ਹੋਏ, ਕਿਉਂਕਿ ਹਾਲਾਤ ਇਹੋ ਜਿਹੇ ਸੀਗੇ, ਉੱਥੇ ਜਦੋਂ ਕਿਸੇ ਦੀ ਜਾਨ ਚਲੀ ਜਾਵੇ ਤੇ ਸੋਚੋ ਕਿ ਕਿੰਨੀ ਬੇਵਸੀ ਫੀਲ ਹੁੰਦੀ। ਇਟ ਵਾਸ ਟੋਟਲੀ ਅਨਨੈਸੈਸਰੀ। ਹੁਣੇ These ਬਾਲ lives could have been saved, ਜੀ right? ਅਗਰ ਇਹਨੇ ਧਿਆਨ ਦਿੱਤਾ ਹੁੰਦਾ ਮੋਦੀ ਨੇ, ਪਰ ਉਹਨੂੰ ਤਾਂ ਪਰਵਾਹ ਨਹੀਂ। ਇੱਕ ਹੋਰ ਕਿਸਾਨ ਨੇ ਕਮੈਂਟ ਕੀਤਾ ਸੀਗਾ कि ये इसलिए केयर नहीं करता कि लोगों की वोट से तो ये बना ही नहीं, ये बना ईवीएम से है। ईवीएम से है, ईवीएम बिल्कुल से सही बना है। है तो लोगों की परवाह इसे नहीं है। अगर जिन लोगों ने इसको वोट दिए भी हैं, तो ये तो तानाशाही की तरफ बढ़ रहे हैं। उन लोगों ने पहले ही डिक्लेयर कर दिया था कि इस बार एक बार जीत जाएं सही, जैसे ट्रम्प ने यहाँ पे कोशिश की थी। यहाँ पे भी तो यही हुआ ना। बिल्कुल बिल्कुल, यहाँ कैपिटल बिल्डिंग दे उत्ते हाँ, कोशिश तो उन्हें पूरी की है। Yeah, fortunately there are many aware people who won't let that happen. Sharmo Sharmi ਇੱਥੇ ਵੀ ਚਾਹੇ ਰਿਪਬਲਿਕਨਸ ਦੇ ਲਾਸਟ ਮਿੰਟ ਤੇ ਕੀਤਾ, they still stood up, right? Yes, Kimi ji. But another reason is that the media here, it could have an opinion. मतलब media ਜਿਹੜੇ ਵੀ news ਦਿਖਾਉਂਦਾ, ਉਹ news ਉਹੀ ਦਿਖਾਉਂਦੇ ਨੇ, ਪਰ ਉਹ ਆਪਣੀ opinion ਦਿੰਦੇ ਕਿ ਜੀ ਇੱਥੇ ਆ ਹੋਇਆ ਤੇ ਇਹਦੇ ਬਾਰੇ ਇਹ ਤੇ ਅਸੀਂ ਇਹ ਸੋਚਦੇ ਹਾਂ ਤੇ ਇਹ ਤੇ ਉਹ ਇੰਡੀਆ ਵਾਂਗੂ ਮੈਨੂਫੈਕਚਰ ਕਰਕੇ ਨਿਊਜ਼ ਨਹੀਂ ਦਿਖਾਉਂਦੇ। I think that's the reason that over here well, God willing, it will never be as bad as it's in India. ਤੁਸੀਂ ਬਿਲਕੁਲ ਸਹੀ ਹੈ ਕਿਮੀ, ਬਿਲਕੁਲ ਸਹੀ ਹੈ। ਅੱਜ ਤੁਸੀਂ ਦੇਖਿਆ ਕੱਲ ਜਾਂ ਕਿ ਅੱਜ ਕੱਲ ਦੇ ਵਿੱਚ ਮੇਰੇ ਖਿਆਲ ਉਹ ਕੀ ਮੁੰਡੇ ਦਾ ਨਾਮ ਬਿੱਟੂ ਰਵਨੀਤ ਬਿੱਟੂ, ਬੇਅੰਤ ਸਿੰਘ ਦਾ ਪੋਤਾ, ਹੈਨਾ? ਵੀ ਤੈਨੂੰ ਪਤਾ ਵੀ ਆ ਤੂੰ ਕਿਉਂ ਉੱਥੇ ਜਾ ਰਿਹਾ, ਕਿਉਂ ਪੰਗੇ ਲੈ ਰਿਹਾ। ਫਿਰ ਉੱਥੇ ਜਾ ਕੇ ਕਹਿੰਦਾ ਜੀ ਤੁਸੀਂ ਮੈਨੂੰ ਮਾਰੋ, ਮੈਨੂੰ ਇਹ ਕਰੋ। ਬਾਅਦ ਦੇ ਵਿੱਚ ਆਣ ਕੇ ਉੱਥੋਂ ਕਿਸੇ ਨੇ ਮੁੰਡਿਆਂ ਨੇ ਬਚਾ ਕੇ ਉਹਨੂੰ ਭੇਜ ਦਿੱਤਾ ਕਿ ਵੀ ਨਹੀਂ, ਅਸੀਂ ਕੁਛ ਵੀ ਇਹੋ ਜਿਹੀ ਹੁੱਲੜਬਾਜ਼ੀ ਜਾਂ ਇਹੋ ਜਿਹਾ ਅਸੀਂ ਅਹਿੰਸਕਵਾਦ ਕੋਈ ਵੀ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਡੀ ਐਜੀਟੇਸ਼ਨ ਤੇ ਸਾਡੇ ਕਿਸਾਨੀ ਅੰਦੋਲਨ ਦੇ ਉੱਤੇ ਕੋਈ ਇਫੈਕਟ ਪਵੇ। ਉਹਨਾਂ ਨੇ ਫਿਰ ਵੀ ਉਸਨੂੰ ਬਚਾ ਕੇ ਉੱਥੋਂ ਕੱਢ ਦਿੱਤਾ। ਉਹ ਬਾਅਦ ਦੇ ਵਿੱਚ ਆਣ ਕੇ ਆਪਣੇ ਮੰਚ ਦੇ ਉੱਤੇ ਬੈਠਾ ਹੈ, 5-10 ਉਹਨੇ ਗੁੰਡੇ ਬਿਠਾਏ ਹੋਏ ਸੀ ਨਾਲ, ਤੇ ਉਹਨਾਂ ਨੂੰ ਦੱਸ ਰਿਹਾ ਜੀ ਉਹ ਮੈਨੂੰ ਏਦਾਂ ਕਰਦੇ ਸੀ, ਮੈਨੂੰ ਸ਼ਰੇਆਮ ਉਹ ਝੂਠ ਮਾਰਿਆ ਸੀ। ਮੈਂ ਤਾਂ ਕਹਿੰਦਾ ਜੀ ਉੱਥੋਂ ਉਂਝ ਹੀ ਗਿਆ ਸੀਗਾ ਉਹਨਾਂ ਨੂੰ ਦੱਸਣ ਦੇ ਲਈ, ਮੈਂ ਤੁਹਾਡੇ ਨਾਲ। ਅੱਜ ਤੁਸੀਂ ਨਾਲ, ਅੱਜ ਤੁਹਾਨੂੰ ਚੇਤਾ ਆ ਗਿਆ ਨਾਲ ਦਾ। ਜਿੱਦਣ ਤੁਹਾਡਾ ਪਿਓ ਸਾਈਨ ਕਰਕੇ ਆਇਆ ਕੈਪਟਨ, ਉਦਣ ਤੁਸੀਂ ਕਿਉਂ ਨਹੀਂ ਉਹਦੇ ਨਾਲ ਚੱਲੇ? ਉਦਣ ਤੁਸੀਂ ਕਿਉਂ ਨਹੀਂ ਉਹਨੂੰ ਫੜਿਆ ਵੀ ਭਾਈ ਤੂੰ ਤਾਂ ਸਾਰਾ ਕੁਝ ਪਹਿਲਾਂ ਹੀ ਬਣਾ ਕੇ ਬੈਠਾ ਹੋਇਆ, ਤੁਹਾਡੇ ਕੋਲ ਤਾਂ ਇੰਨੀਆਂ ਜ਼ਮੀਨਾਂ ਜਾਇਦਾਦਾਂ ਨੇ, ਤੁਸੀਂ ਤਾਂ ਆਪਣੇ ਮੁੰਡਿਆਂ ਨੂੰ ਈਡੀ ਦੇ ਵਿੱਚੋਂ ਕਢਵਾਉਣਾ ਹੋਏਗਾ। ਤੇ ਇਹ ਜਿਹੜੇ ਭਲੇ ਲੋਕ ਨੇ ਵਿਚਾਰੇ, ਇਹਨਾਂ ਦਾ ਕੀ ਬਣੂਗਾ? ਅਮੀਰ ਤਾਂ 600 ਨੂੰ ਵੀ 700 ਨੂੰ 1000 ਰੁਪਏ ਨੂੰ ਵੀ ਚੀਜ਼ ਲੈ ਸਕਦਾ ਤੇ ਖਾ ਸਕਦਾ, ਉਹ ਗਰੀਬਾਂ ਦਾ ਕੀ ਬਣੂਗਾ?
ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈਗਾ, ਜਿਨ੍ਹਾਂ ਦੇ ਕੋਲ ਐਜੂਕੇਸ਼ਨ ਹੀ ਤੁਸੀਂ ਛੱਡੀ ਉੱਥੇ ਪੰਜਾਬ ਦੇ ਵਿੱਚ, ਤੁਸੀਂ ਬਿਲਕੁਲ ਉਹਨਾਂ ਦੇ ਕੈਰੈਕਟਰ ਵੀ ਨਹੀਂ ਛੱਡੇ, ਉਹਨਾਂ ਦੇ ਕੋਲ ਜ਼ਮੀਰਾਂ ਵੀ ਨਹੀਂ ਛੱਡੀਆਂ, ਉਹਨਾਂ ਦੇ ਕੋਲ ਕੁਝ ਵੀ ਨਹੀਂ ਛੱਡਿਆ, ਜ਼ਮੀਨ ਤਾਂ ਇੱਕ ਪਾਸੇ, ਉਹਨਾਂ ਦੇ ਕੋਲ ਕੁਝ ਵੀ ਨਹੀਂ ਛੱਡਿਆ ਇਹਨਾਂ ਦੇ ਕੋਲ, कोई जमीर भी तो एजुकेशन। सबसे पहले अटैक करते हैं, उनकी सेल्फ बिल्कुल बिल्कुल अटैक हाँ करते हैं सबसे पहले। इसीलिए तो किसी को खालिस्तानी, किसी को पाकिस्तानी, किसी को देशद्रोही, किसी को टुकड़े टुकड़े गैंग, किसी को अर्बन नक्सल, ये इनका एक बन चुका। मैं ये सोच रही हूँ हाँ कि इनको ये, आर दे नॉट एग्जॉस्टेड doing that? no they are not Are they not ਤੁਸੀਂ yet exhausted of using the same tactics, Pam, same style, same way they bash people? इनको अभी तक, I mean, अब तो मीडिया का भी लोगों को पता है, बहुत सारे लोगों को पता है, सिर्फ वो कोट अनकोट जो हमारे शहरी लोग हैं, बाबूजी हैं, टाई लगा के काम करने वाले, सुबह सुबह दफ्तर जाते हैं, उनके घर पे बाई आके सारा काम करती है। Don't say that. मैं भी शहर ची ਵੱਡੀ ਹੋਈ ਹਾਂ। नहीं पर ਮੇਰੇ ਮੰਮੀ ਵੀ ਸ਼ਹਿਰ ਚ ਔਰ ਪਾਪਾ, ਕਮ ਔਨ, ਨਹੀਂ ਪਰ ਪਿੰਡ ਹੈਗਾ ਸਾਡਾ। ਪਿੰਡ ਦੀ ਬੈਕਗ੍ਰਾਉਂਡ ਹੈ, ਹਰ ਦੇਖੋ ਹਰ ਇਨਸਾਨ ਦੀ ਕਿਤੇ ਨਾ ਕਿਤੇ, going back, we all came from a village. No matter how many years, maybe 100 years, 200 years, you've been in the city, your family and your ancestors have been in the city, but everyone comes from the ground. Yeah. What was there billion year ago? What was there? Just the farms, right? Million years ago, what did we do? We did farming, right? That's how life started. That's how everything started. So everyone has their roots in the village, and I'm so proud that I am from the village. Village से आने के बाद आप सिटी के बारे में सीख सकते हो, सिटी वाले बन सकते हो, गांव से उठ के आके भी सिटी वाले बन सकते हो, लेकिन सिटी से उठ के आप गांव वाले कभी नहीं बन सकते। और जो विजडम और जो चीजें हम गांव में रह के सीख लेते हैं, एक बार हमारे पास आ जाती हैं वो चीजें, वो कोई नहीं छीन सकता हमसे, कोई कभी नहीं छीन सकता हमसे। So I was going to ask you, share some favorite moment of yours, something that brought you to tears, something that you will always remember, something that sticks in your mind. I would like to start with Gurinder ji. Go ahead. ਵੈਸੇ ਮੈਂ ਇੱਕ ਗੱਲ ਹੋਰ ਤੁਹਾਡੇ ਵਿੱਚ ਐਡ ਕਰਨਾ ਚਾਹੂੰਗੀ। ਕਿਮੀ ਜੀ ਦੀ ਮੈਂ ਗੱਲ ਦਾ ਜਵਾਬ ਦੇਣ ਲੱਗੀ ਸੀ ਕਿ ਕਿਮੀ ਜੀ ਮੈਂ ਵੀ ਸਾਡਾ ਬਚਪਨ ਜਿਹੜਾ ਆ, ਮੇਰਾ ਬਰਥ ਮੇਰਾ ਸ਼ਹਿਰ ਤੋਂ ਹੀ ਹੋਇਆ, ਸਿਟੀ ਦੇ ਵਿੱਚ ਹੋਇਆ, ਪਲੀ ਬੜੀ ਮੈਂ ਪਿੰਡ ਦੇ ਵਿੱਚ ਆ। ਉਸ ਤੋਂ ਬਾਅਦ ਫਿਰ ਅਸੀਂ ਜਲੰਧਰ ਸਿਟੀ ਦੇ ਵਿੱਚ ਹੀ ਮਤਲਬ ਰਹੇ ਆ, ਬਹੁਤ ਦੇਰ ਤੱਕ ਮੈਂ ਰਹੀ ਆ। 96 ਦੇ ਵਿੱਚ ਮੈਂ ਉੱਥੋਂ ਹੀ ਇੱਥੇ ਆਈ ਆ। ਸੋ ਇਹ ਗੱਲ ਨਹੀਂ ਹੈਗੀ ਕਿ ਸਾਨੂੰ ਮਤਲਬ ਸਿਟੀ ਦਾ ਨਹੀਂ ਪਤਾ, ਜਾਂ ਪਤਾ ਸਭ ਨਹੀਂ ਹੈਗਾ। ਜਿਹੜੇ ਪਿੰਡਾਂ ਦੇ ਸਿਟੀ ਦੇ ਵਿੱਚੋਂ ਵੀ ਲੋਕ ਜਾਂਦੇ ਸੀ, ਸਾਡੇ ਕੋਲ ਪਿੰਡਾਂ ਦੇ ਵਿੱਚ ਜਾਂਦੇ ਸੀ, ਕਿ ਜਾ ਕੇ ਜਦੋਂ ਦੇਖਦੇ ਸੀਗੇ ਤਾਂ ਉਹਨਾਂ ਨੂੰ ਮਤਲਬ ਉਹਨਾਂ ਦੀਆਂ ਅੱਖਾਂ ਖੁੱਲਦੀਆਂ ਸੀਗੀਆਂ ਵੀ ਹਾਊ ਇਜ਼ ਦਾ ਵਿਲੇਜ ਐਟਮੋਸਫੇਅਰ, ਕਿ ਹਾਊ ਦੇ ਡੂ ਲਿਵ ਓਵਰ देयर। ਚਲੋ ਹੁਣ ਤੇ ਖੈਰ ਮੀਡੀਆ ਨੇ, ਹੁਣ ਤਾਂ ਖੈਰ ਪੰਜਾਬ ਦੇ ਵਿੱਚ ਪਿੰਡ ਵਾਲਾ ਪਿੰਡ ਤਾਂ ਹੈ ਹੀ ਨਹੀਂ। ਹਾਂਜੀ ਹਾਂਜੀ, ਹੁਣ ਟੈਕਨੋਲੋਜੀ ਨੇ ਹਰ ਚੀਜ਼ ਨੂੰ ਬਹੁਤ ਅੱਗੇ ਕਰ ਦਿੱਤਾ। ਜਾਂ ਤੇ ਤੁਸੀਂ ਮੈਨੂੰ ਕਹਿ ਰਹੇ ਸੀਗੇ, ਤੁਸੀਂ ਮੈਨੂੰ ਕੁਐਸਚਨ ਪੁੱਛਿਆ ਕਿ ਵੀ ਮੇਰੇ ਲਈ ਮੂਵਮੈਂਟ ਹੈ ਨਾ, ਮੈਂ ਅੱਜ ਵੀ ਯਾਦ ਕਰਦੀ ਪਈ ਸੀ ਕਿ ਕੁਲਵਿੰਦਰ, ਆਈ ਥਿੰਕ ਆਪਾਂ ਸਾਰੇ ਇਸ ਤਰੀਕੇ ਨਾਲ ਪਲੇ ਬੜੇ ਹੋਏ ਆ। ਮੈਂ ਮਤਲਬ ਯੂ ਨੋ ਮਾਈ ਬੈਕਗਰਾਉਂਡ, ਕਿ ਦਾਦਾ ਜੀ ਵੀ ਜਥੇਦਾਰ ਅੱਗੋਂ, ਪੜਦਾਦਾ ਜੀ ਵੀ, ਹਨਾ, ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਤੇ ਬੜਾ ਕੁਛ ਅਸੀਂ ਆਪਣੇ ਕੀ ਕਹਿੰਦੇ ਹੁੰਦੇ ਨੇ ਕਿ ਆਜ਼ਾਦੀ ਦੇ ਲਈ ਵੀ ਉਹਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ। ਤੇ ਅਸੀਂ ਜਿਸ ਤਰੀਕੇ ਨਾਲ ਵੱਡੇ ਹੋਏ ਆ, ਅੱਜ ਤੱਕ ਅਸੀਂ ਕਿਸੇ ਦੇ ਅੱਗੇ ਸਿਰ ਨਹੀਂ ਨਵਾਇਆ। ਮੈਂ ਕਦੀ ਕਿਸੇ ਨੂੰ ਮੱਥਾ ਨਹੀਂ ਟੇਕਿਆ, ਕਦੀ ਵੀ ਕਿਸੇ ਨੂੰ, ਸਵਾ ਗੁਰੂ ਗ੍ਰੰਥ ਸਾਹਿਬ ਤੋਂ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਲੇਕਿਨ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੇਰੇ ਦਿਲ ਨੂੰ ਮੈਂ ਗੱਲ ਕਰ ਰਹੀ ਹਾਂ, ਮੇਰੇ ਅੱਜ ਵੀ ਮਨ ਦੇ ਵਿੱਚ ਆਉਂਦਾ ਕਿ ਜਿੰਨੇ ਲੋਕ ਉੱਥੇ ਬੈਠੇ ਨੇ, ਉਹ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ, ਮੇਰਾ ਦਿਲ ਕਰਦਾ ਕਿ ਉਹਨਾਂ ਦੇ ਪੈਰਾਂ ਵਿੱਚ ਜਾ ਕੇ ਮੱਥਾ ਟੇਕਾਂ। Yes, I totally agree. I'm sorry for that. This is first time. ਮੈਂ ਕਦੀ, ਮੈਨੂੰ ਕੋਈ ਕਹਿ ਦੇਵੇ ਕਿ ਜੋ ਮਰਜ਼ੀ ਕਰ ਲਾ, ਤੈਨੂੰ ਮਤਲਬ ਇੰਨੇ ਪੈਸੇ ਵੀ ਦੇਵਾਂਗੇ, ਤੂੰ ਫਲਾਣੇ ਨੂੰ ਮੱਥਾ ਟੇਕ ਦੇ, ਨੋ, ਸਵਾ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ। ਪਰ ਇਹ ਆਟੋਮੈਟਿਕਲੀ ਮਨ ਦੇ ਵਿੱਚ ਇਹ ਫੁਰਨਾ ਜਾਂ ਫੁਰ ਰਿਹਾ, ਔਰ ਇਹ ਖੁਆਇਸ਼ ਜਾਗ ਰਹੀ ਹੈ ਵੀ ਕਿਤੇ ਕੱਲੇ ਕੱਲੇ ਦੇ ਪੈਰਾਂ ਵਿੱਚ ਜਾ ਕੇ ਮੱਥਾ ਟੇਕਿਆ ਜਾਵੇ। ਕਿ ਕਿੰਨੀ ਹਿੰਮਤ ਦੇ ਨਾਲ ਉਹ ਲੋਕ ਬੈਠੇ ਹੋਏ ਨੇ ਉੱਥੇ, ਔਰ ਕਿਸੇ ਨੂੰ ਇਹ ਦੱਸਣਾ, ਇਹ ਬੰਦੇ ਨੂੰ ਦੱਸ ਨਹੀਂ ਰਿਹਾ। Gurinder ji, I share your sentiment totally. I feel the same. ਆਪਾਂ ਆਪ ਨਹੀਂ ਕਿਸੇ ਨੂੰ ਮੱਥਾ ਟੇਕਦੇ, ਬਿਲਕੁਲ ਤੁਹਾਡੇ ਵਾਂਗੂ, ਬਟ ਜਿਹੜੇ ਉੱਥੇ ਇਸ ਵੇਲੇ ਧਰਨੇ ਤੇ ਲੋਕ ਬੈਠੇ ਨੇ, my God, anything for them, anything. Hats off to them. Really ਮੇਰਾ ਦਿਲ ਕਰਦਾ, ਅੰਦਰੋਂ ਦਿਲ ਕਰਦਾ ਕਿ ਮੈਂ ਕੱਲੇ ਕੱਲੇ ਪੈਰਾਂ ਦੇ ਵਿੱਚ ਜਾ ਗਈ, ਮਤਲਬ ਜਿੰਨੀ ਉਹ ਸ਼ਿੱਦਤ ਦੇ ਨਾਲ ਇਸ ਚੀਜ਼ ਨੂੰ ਅੱਗੇ ਲੈ ਕੇ ਜਾ ਰਹੇ ਨੇ। ਔਰ ਫਿਰ ਅਗਲੇ
ਇਹ ਪੂਰੀ ਇਸ ਰਿਸਪੌਂਸਿਬਿਲਿਟੀ ਲੈ ਰਹੇ ਨੇ ਕਿ ਅਸੀਂ ਅਹਿੰਸਾ ਤੋਂ ਬਿਨਾਂ ਇਹ ਪਰੇਡ ਕਰਨੀ ਹੈ। ਤੁਸੀਂ ਦੇਖਿਆ ਕਿ ਉੱਥੇ ਕਿੰਨੇ ਬੰਦੇ ਫੜੇ ਗਏ ਨੇ, ਫਿਰ ਹਾਂਜੀ। ਕੱਲ ਪਰਸੋਂ ਹੀ ਇੱਕ ਕਾਰ ਵੀ ਫੜੀ ਗਈ ਹੈ ਨੰਬਰ ਪਲੇਟ ਤੋਂ ਬਿਨਾਂ। ਹਾਂ ਖੁਦ ਗਵਰਨਮੈਂਟ ਸਾਰਾ ਕੁਝ ਕਰਵਾ ਰਹੀ ਹੈ, ਉਹਨਾਂ ਦੀ ਹਿੰਮਤ ਤਾਂ ਬੜੀ ਹੈ। ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਕੁਝ ਹੋਏਗਾ, ਪ੍ਰਮਾਤਮਾ ਕਰੇ ਕਿ ਹਰ ਚੀਜ਼ ਅਵੋਇਡ ਹੀ ਹੋਵੇ ਕੁਛ ਨਾ, ਲੇਕਿਨ ਇਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਚੀਜ਼ ਨੂੰ ਖਤਮ ਕੀਤਾ ਜਾਵੇ, ਇਹਦੇ ਵਿੱਚ ਅਹਿੰਸਾ ਫੈਲਾਈ ਜਾਵੇ, ਇਹਨੂੰ ਪੂਰਨ ਤੌਰ ਤੇ ਅੱਗੇ ਨਾ ਵਧਣ ਦਿੱਤਾ ਜਾਵੇ, ਇਹਨਾਂ ਦੀ ਜਿੱਤ ਨਾ ਹੋਵੇ, ਔਰ ਜਿੱਤ ਕਿਸਾਨਾਂ ਦੀ ਹੀ ਹੋਣੀ ਹੈ। ਕਿਉਂਕਿ ਇਸ ਵੇਲੇ ਜਿਵੇਂ ਇਕੱਠੇ ਹਾਂ, ਜਿੱਤ ਸਾਡੀ ਹੀ ਹੋਣੀ ਹੈ, ਕਿਸਾਨਾਂ ਦੀ ਹੋਣੀ ਹੈ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵਾਲੀ ਗੱਲ ਹੈ, ਇਹ ਜ਼ਿੰਦਾਬਾਦ ਹੀ ਰਹਿਣਗੇ। ਬਿਲਕੁਲ ਉਹ ਮੈਨੂੰ ਇਹਨੂੰ ਆਪਣੇ ਉਹ ਕੀ ਕਹਿੰਦੇ ਨੇ ਬਿਸਮਿਲ੍ਲਾ ਰਾਮ ਪ੍ਰਸਾਦ ਬਿਸਮਿਲ੍ਲਾ, ਹਾਂ ਉਹਨਾਂ ਦਾ ਉਹ ਸ਼ੇਰ ਵੀ ਯਾਦ ਆਉਂਦਾ ਹੈ, ਕਹਿੰਦਾ ਕਿ ਕੀ ਸੀਗਾ ਉਹ ਕਿ ਅਬ ਸਰਫਰੋਸ਼ੀ ਕੀ ਤਮन्ना अब हमारे दिल में है, देखना है जोर कितना बाजुए कातिल में है ना। ਸੋ ਇਹ ਸਹੀ ਗੱਲ ਆ ਕਿ ਇਸ ਵੇਲੇ ਉਹ ਇੱਥੇ ਬੈਠੇ ਹੋਏ ਨੇ, ਇਹ ਜ਼ੋਰ ਸਾਡਾ ਦੇਖ ਰਹੇ ਨੇ, ਲੇਕਿਨ ਜਿੱਤਾਂਗੇ ਅਸੀਂ। ਜਿਸ ਤਰ੍ਹਾਂ ਗੁਰਿੰਦਰ ਜੀ ਕਹਿ ਰਹੇ ਕਿ ਮੇਰਾ ਦਿਲ ਕਰਦਾ ਉਹਨਾਂ ਨੇ ਮੈਂ ਜਾ ਕੇ ਪੈਰਾਂ 'ਚ ਕੱਲੇ ਦੇ ਡਿੱਗਾ ਮੱਥਾ, ਆਪਾਂ ਕਿਸੇ ਨੂੰ ਟੇਕਦੇ ਨਹੀਂ ਹੈਗੇ। ਹਾਂ ਮੈਂ ਨਹੀਂ ਟੇਕਿਆ, ਅੱਜ ਤੱਕ ਨਹੀਂ ਟੇਕਿਆ। ਹਾਂ ਮੇਰਾ ਦਿਲ ਹਮੇਸ਼ਾ ਏਦਾਂ ਕਰਦਾ ਰਹਿੰਦਾ ਕਿ ਮੈਂ ਇੱਕ ਨੂੰ ਜਾ ਕੇ ਹੱਗ ਕਰਾਂ, ਕਿ ਮੈਂ ਹਰ ਪਰ ਮੇਰਾ ਕਿਉਂਕਿ ਮੇਰੇ ਲਈ ਇਦਾਂ ਲੱਗ ਰਿਹਾ ਕਿ ਜਿਵੇਂ ਇਸ ਵੇਲੇ ਗੁਰਦੁਆਰਾ ਉੱਥੇ ਹੈ, ਮੰਦਿਰ ਉੱਥੇ ਹੈ, ਮਸਜਿਦ ਉੱਥੇ ਹੈ, ਬਿਲਕੁਲ ਉਹ ਜਗ੍ਹਾ ਬਹੁਤ ਪਵਿੱਤਰ ਹੈ, ਉਹ ਇਸ ਵੇਲੇ ਪਵਿੱਤਰ ਜਗ੍ਹਾ ਬਣ ਚੁੱਕੀ ਹੈ ਸਾਡੇ ਲਈ। ਬਿਲਕੁਲ ਕਿਵੇਂ ਉਹ ਲੋਕ ਉੱਥੇ ਬੈਠੇ ਨੇ ਟਰਾਲੀਆਂ ਦੇ ਵਿੱਚ, ਥੱਲੇ ਧੁੱਪੇ ਛਾਵੇਂ, ਠੰਡ ਦੇ ਵਿੱਚ, ਇੰਨੀ ਠੰਡ ਦੇ ਵਿੱਚ। ਮੈਂ 10 ਮਿੰਟ ਬੈਠੀ ਸੀਗੀ ਤਾਂ ਮੈਂ ਆਪਣੇ ਸਿਸਟਰ ਨੂੰ ਕਿਹਾ, ਮੈਂ ਕਿ ਮੈਨੂੰ ਏਦਾਂ ਲੱਗਦਾ ਵੀ ਜਿਵੇਂ ਠੰਡ ਲੱਗਦੀ ਹੈ। ਉਹਨਾਂ ਨੇ ਉਸੇ ਵੇਲੇ ਮੈਨੂੰ ਹਨਾ ਆਪਣਾ ਸ਼ਾਲ ਲਿਆ ਕੇ ਦਿੱਤਾ, ਤੇ ਉੱਥੇ ਵਿਚਾਰੇ ਕੌਣ ਹੈਗਾ ਉਹਨਾਂ ਦਾ, ਮਤਲਬ ਕਿਵੇਂ ਬੈਠੇ ਨੇ ਇੱਕ ਦੂਸਰੇ ਦੀ ਬਸ ਹਨਾ ਆਸ ਦੇ ਉੱਤੇ ਬਹੁਤ ਕੁਝ ਹੈਗਾ ਵੀ ਹੈ, ਬਟ ਸਟਿਲ ਕਈ ਚੀਜ਼ਾਂ ਤੇ ਕੰਟਰੋਲ ਨਹੀਂ ਨਾ ਹੁੰਦੀਆਂ। ਜਦੋਂ ਪਾਣੀ ਆ ਗਿਆ ਸੀ ਥੱਲੇ ਦੀ ਵਿਚਾਰਿਆਂ ਦੇ ਬਿਸਤਰੇ ਭਿੱਜ ਗਏ ਸੀ ਥੱਲੇ। ਕੈਨ ਯੂ ਇਮੇਜਿਨ ਸਲੀਪਿੰਗ ਔਨ ਦ ਗਰਾਊਂਡ and it's raining and the water is running under your mattress? Can you imagine these people ਜਿਹੜੇ ਉਹਨਾਂ ਦਾ ਮਜ਼ਾਕ ਉਡਾਉਂਦੇ ਜਾਂ ਉਹਨਾਂ ਨੂੰ ਕਹਿੰਦੇ ਖਾਲਿਸਤਾਨੀ ਇਹ वो, ਅਗਰ ਇੱਕ ਰਾਤ ਉੱਥੇ ਜਾ ਕੇ ਬਿਤਾ ਦੇਣ, ਇਸ ਤਰ੍ਹਾਂ ਜਾ ਕੇ ਉੱਥੇ ਰਹਿ ਕੇ ਆਣ, ਆਪਾਂ ਵੀ ਮੈਨੂੰ ਲੱਗਦਾ ਆਪਾਂ ਵੀ, ਬਿਕਾਜ਼ ਆਪਾਂ ਬਹੁਤ ਯੂਜ਼ਡ ਟੂ ਹੋ ਗਏ ਕੰਫਰਟ ਨੂੰ, I don't think we can last there. No, I don't think so. Yeah, I don't think we can last there the way they're lasting. ਇੱਕ ਮੈਨੂੰ ਕਿਸੇ ਨੇ ਭੇਜਿਆ ਸੀ, I wanted to read that out to you guys. They tried to walk over us. They didn't know we were mountains. That's right. Yeah, that's right. We are mountains. Yeah, we're mountains. पंगा इन्हें गलत ले लिया हैगा, सरकार ने गलत पंगा ले लिया हैगा, और अब किसान पीछे हटने वाले नहीं है। हाँ जी किम्मी जी। I just want to say a prayer कि I hope कि सारे चढ़दी कला च रहन। I hope they all stay healthy. सब तो जरूरी है मतलब कि किसी दी डेथ ना होवे, जान होगी तो पूरी लड़ाई करांगे। एंड आई एम होपिंग कि बिल्कुल जनवरी 26 ਨੂੰ कुछ भी अनहोनी ना होवे, बिकॉज आई एम श्योर कुछ ना कुछ प्लानिंग जरूर की जा रही होनी है, कुछ ना कुछ एंड टाइप पक्का हो रहा होगा, पर आई एम होपिंग कि सब कुछ बहुत वधिया रहे, सारे ठीक ठाक रहे। बिल्कुल बिल्कुल ਆਪਾਂ ਸਾਰੇ ਅਰਦਾਸ ਕਰੀਏ, ਮੈਡੀਟੇਟ ਕਰੀਏ। ਮੈਂ ਹੁਣ ਜਾ ਕੇ ਕਰੂੰਗੀ ਕਿਉਂਕਿ ਮੈਂ ਸਵੇਰੇ ਜਲਦੀ ਉੱਠਣਾ, ਮੇਰਾ ਪਹਿਲਾ ਦਿਨ ਹੈਗਾ ਕੰਮ ਤੇ ਕੱਲ ਨੂੰ, ਐਂਡ ਆਈ ਐਮ ਗੋਇੰ ਟੂ ਡੂ ਅ ਸਪੈਸ਼ਲ ਮੈਡੀਟੇਸ਼ਨ ਐਂਡ ਐਵਰੀਥਿੰਗ ਸ਼ੁੱਡ ਗੋ ਫਾਈਨ। ਇਹ ਵੀ ਵਧੀਆ ਹੋਇਆ ਗਵਰਨਮੈਂਟ ਨੇ ਜੋ ਵੀ ਕੀਤਾ ਸੀ, ਮੈਨੂੰ ਨਹੀਂ ਪਤਾ ਉਹਦੀ ਸੱਚਾਈ ਕੀ ਹੈ। ਉਹ ਜਿਹੜਾ ਮੁੰਡਾ ਫੜਿਆ ਸੀਗਾ ਉੱਥੇ, ਜਿਹਨੇ ਸਾਰੀ ਕਹਾਣੀ ਬਾਅਦ ਵਿੱਚ ਪੁਲਿਸ ਸਟੇਸ਼ਨ ਤੇ ਜਾ ਕੇ ਬਦਲ ਦਿੱਤੀ। ਜੋ ਵੀ ਹੋਇਆ ਉਹ ਚੰਗਾ, ਜੋ ਵੀ ਕੁਦਰਤ ਕਰਦੀ ਹੈ ਉਹ ਚੰਗਾ ਹੀ ਕਰਦੀ ਹੈ। ਇਹਨਾਂ ਨੇ ਅਗਰ ਕੀਤਾ ਵੀ ਸੀ ਉਸ ਬੰਦਿਆਂ ਨੂੰ, ਉਹਨਾਂ ਨੂੰ ਛੱਡਿਆ ਵੀ ਸੀ ਉਹਨਾਂ ਗਰੁੱਪ ਨੂੰ ਇੱਥੇ ਹੈਲ ਰੇਜ਼ ਕਰਨ ਵਾਸਤੇ ਜਾਂ ਕਿਸਾਨਾਂ ਨੂੰ ਡਰਾਉਣ ਵਾਸਤੇ ਵੀ, ਉਹਦੇ ਨਾਲ ਵੀ ਇੱਕ ਗੱਲ ਚੰਗੀ ਹੋ ਗਈ, ਕਿਸਾਨ ਹੋਰ ਅਵੇਅਰ ਹੋ ਗਏ। ਹੁਣ ਮੈਂ ਰਾਜੇਵਾਲ ਜੀ ਦੀ ਸਪੀਚ ਸੁਣ ਰਹੀ ਸੀ, ਉਹ ਕਹਿ ਰਹੇ ਸੀ ਕਿ ਜਿੰਨੇ ਵੀ ਲੋਕੀ ਨੇ ਆਪਣੇ ਟਰੈਕਟਰ ਤੇ ਕਿਸੇ ਵੀ ਅਣਜਾਣ ਬੰਦੇ ਨੂੰ ਨਾ ਬੈਠਣ ਦਿਓ, ਆਪਣੀ ਟਰਾਲੀ 'ਚ ਕਿਸੇ ਵੀ ਅਣਜਾਣ ਬੰਦੇ ਨੂੰ ਨਾ, ਉਹਨੂੰ ਪਹਿਲਾਂ ਦੇਖੋ ਔਰ ਉਹਨੂੰ ਸਾਰਿਆਂ ਨੂੰ ਸਮਝੋ। ਔਰ ਹੋ ਸਕਦਾ ਕਿ ਜਿਹੜੀਆਂ ਉਹਨਾਂ ਨੇ ਉਸ ਬੰਦੇ ਨੇ ਕਿਹਾ ਸੀਗਾ ਕਿ be aware, you know, let these people might shoot at you, so they might become more aware about that too. They might take care of those things as well. So ਜੋ ਵੀ ਹੁੰਦਾ ਚੰਗਾ ਹੀ ਹੁੰਦਾ। Yes ਕਿਮੀ ਜੀ। Pam, I think ਕੋਈ ਨਾ ਵੀਡੀਓ ਆਪਾਂ ਚਲਾਉਣ ਲੱਗੇ ਆ, ਵੀਡੀਓ ਚਲਾ ਰਹੇ। Yeah, we're going to play a video now for from Captain Amrinder Singh. Is a liar. So he's a farmer too. I mean, he's not a farmer, he's a Maharaja. केंद्र के काले कानूनों पर कैप्टन अमरिंदर सिंह के सफेद झूठ सुनिए। प्राइम मिनिस्टर ने एक चीफ मिनिस्टर की कमेटी बनाई और सारे स्टेटां ਨੂੰ ਜਿਹੜੇ ਬਣਾਉਣਾ ਚਾਹੁੰਦੇ ਬਲਾਏ ਪੰਜਾਬ ਨੂੰ ਨਹੀਂ ਉਹਨਾਂ ਨੇ ਪਾਇਆ ਵਿੱਚ। झूठ नंबर 1, पंजाब इसका मेंबर नहीं था।
झूठ नंबर 2, We were not even a member of the committee. झूठ नंबर 3, ਇੱਕ ਮੀਟਿੰਗ ਹੋਰ ਹੋਈ, ਉਹਦੇ 'ਚ ਅਸੀਂ ਸਾਡੇ ਮਿਨਿਸਟਰ ਫਾਈਨੈਂਸ ਮਿਨਿਸਟਰ ਮੰਤਰੀ ਬਾਦਲ ਜੀ ਨੂੰ ਭੇਜਿਆ, ਕਿਉਂਕਿ ਉੱਥੇ ਕੋਈ ਫਾਈਨੈਂਸ਼ੀਅਲ ਇਸ਼ੂ ਸੀ ਉਹਦੇ ਵਿੱਚ। झूठ नंबर 4, कैप्टन साहब के पास ये बिल रोकने के कई मौके आए। 2019 में केंद्र सरकार ने ये तीनों काले कानून बनाने के लिए एक कमेटी बनाई थी। उस कमेटी में कैप्टन साहब थे। कैप्टन अमरिंदर सरकार ने इस हाई पावर्ड कमेटी के सामने जाकर इन तीनों कानूनों को पास करने के लिए अपनी सहमति दे डाली। कैप्टन अमरिंदर सिंह के सफेद झूठ के ये सबूत देखिए। ये काले कानून बनाने के लिए मोदी सरकार ने 1 जुलाई 2019 को कमेटी बनाई और उस कमेटी में पंजाब के मुख्यमंत्री कैप्टन अमरिंदर सिंह भी सदस्य बने। 16 अगस्त 2019 को इस कमेटी की बैठक में कैप्टन साहब के मंत्री मनप्रीत बादल मौजूद रहे। ਔਰ ਤੁਹਾਨੂੰ ਹੋਰ ਪਤਾ ਕਰਨਾ ਤੁਸੀਂ ਆਰਟੀਆਈ ਨੂੰ ਤੁਸੀਂ ਲਿਖ ਦਿਓ। तो लीजिए, आरटीआई ने खोल दी कैप्टन अमरिंदर सिंह के सफेद झूठ की पोल। मोदी सरकार की जिस कमेटी ने कृषि से जुड़े ये काले कानून बनाए, उस कमेटी का हिस्सा थे मुख्यमंत्री कैप्टन अमरिंदर सिंह। और फिर उसी कमेटी ने लिख दिया किसानों की खेती छीनने का वादा। काला कानून नंबर 1, काला कानून नंबर 2, काला कानून नंबर 3 और फिर कैप्टन अमरिंदर सिंह की सरकार ने इन काले कानूनों पर दस्तखत भी कर दिए। पंजाब सरकार दस्तखत कर आई कि हाँ सानू ये ऑर्डिनेंसेस मंजूर है। So there you go. The lies of a politician. Nothing new. Nothing new. I'm not surprised. Yes, Gurinder ji had a comment. You are on mute again. ਯੈਸ ਯੂ ਰਾਈਟ। ਉਹਨਾਂ ਨੇ ਤਾਂ ਗੁਟਕਾ ਹੱਥ ਦੇ ਵਿੱਚ ਲੈ ਕੇ ਜਦੋਂ ਇਹ ਕੈਪਟਨ ਬਣਿਆ ਸੀਐਮ, ਗੁਟਕੇ ਦੇ ਉੱਤੇ ਇਹਨੇ ਹੱਥ ਵਿੱਚ ਫੜ ਕੇ ਤੇ ਇਹਨੇ ਸਹੁੰ ਚੁੱਕੀ ਸੀ, ਤੇ ਉਹਨਾਂ ਸਹੁੰ ਦਾ ਉਹਦੇ ਲਈ ਕੋਈ ਮਤਲਬ ਨਹੀਂ, ਤੇ ਇਹ ਤਾਂ ਕੁਝ ਵੀ ਨਹੀਂ ਪਿੰਦਰ ਉਹਦੇ ਅੱਗੇ। हाँ, ਕੁਝ ਹੈਗੇ ਇਹ ਚੀਜ਼ਾਂ ਉਹਨੇ ਅੱਗੇ ਕੁਝ ਵੀ ਨਹੀਂ। ਇਹ ਚੀਜ਼ਾਂ नहीं कह रहे ਕਿ जी, ਇਹਨਾਂ नहीं ਦਾ कह रहे। ਇਹਦੀ ਜ਼ਿੰਦਗੀ ਝੂਠ ਦੇ ਉੱਤੇ ਬੇਸ ਹੈ। ਤੁਸੀਂ ਕਹਿੰਦੇ ਨੇ ਇੱਕ ਵਾਰੀ ਝੂਠ ਮਾਰੋਗੇ ਫਿਰ ਉਹਨੂੰ ਤੁਹਾਨੂੰ ਯਾਦ ਨਹੀਂ ਕਿ ਕਦੋਂ ਮਾਰਿਆ, ਕਿਉਂਕਿ ਝੂਠ ਤੇ ਝੂਠ ਹੈ, ਫਿਰ ਤੁਸੀਂ ਦੂਸਰਾ ਮਾਰਦੇ, ਫਿਰ ਤੀਸਰਾ, ਉਹ ਝੂਠ ਦੀ ਰੰਦ ਜਿਹੜੀ ਬਣੀ ਜਾਂਦੀ ਉਹ ਕਿਤਾਬ, ਫਿਰ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਝੂਠ ਦੇ ਵਿੱਚ ਹੀ ਕਿਤੇ ਉਲਝ ਜਾਂਦੇ ਹੋ ਫਿਰ ਕਿ ਉਹਦੇ ਸੱਚਾਈ ਪਕੜ ਕੀ ਦੇ ਸੀ। ਥੱਲੇ ਤੁਸੀਂ ਦਬ ਜਾਂਦੇ ਹੋ। ਬਿਲਕੁਲ ਤੁਸੀਂ ਦੱਬ ਜਾਂਦੇ ਹੋ ਉਹਦੇ ਵਿੱਚ ਹੀ, ਤੁਸੀਂ ਕਿਤੇ ਨਾ ਕਿਤੇ ਲੋਪ ਹੋ ਜਾਂਦੇ ਹੋ, ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਬੋਲਿਆ ਕੀ ਹੈ, ਤੁਸੀਂ 1 ਸ਼ੁਰੂਆਤ minute each. I'm sorry, 1 minute each. Closing comments, please. Kimi ji. About the tractor Yeah. march, first of all. द ट्रैक्टर मार्च मैं बहुत 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 खुश हाँ कि ट्रैक्टर मार्च हो रही है। एंड आई मेंशन टू यू ऑन द फोन, मेरा ब्रदर लुधियाने कोले अपनी गड्डी धवा रहा सीगा ते उन्हें देखा कहंदा ओदे 10 मिनटां च उत्थे खड़े खड़े 70 ट्रैक्टर नंगे। मतलब दिस इज लाइक अ स्मॉल 10 minutes that happened in Ludhiana. So Yeah. बहुत सारी वड्डी गिनती च आ रहे ने लोग ते आई एम होपिंग कि this will be a new dawn. It'll be like a changing thing. It will be. Thank This you. will be the best Republic Day celebration Ever, ever. Historical moment. ਤੁਸੀਂ join ਕਰੋਗੇ, ਤੁਸੀਂ you'll be watching online. मैं फ्लाइट लेके उत्थे पहुंच जा। हाय, सही ਗੱਲ ਹੈ ਯਾਰ। Absolutely. Absolutely. And we're going to be showing it on live here too with Charcha, right? So we can log in here as well. Gurinder ji. ਹਾਂਜੀ ਜੀ, ਮੇਰੀ ਵੀ ਸਾਰਿਆਂ ਨੂੰ ਦਿਲੋਂ ਤੇ ਤਹਿ ਦਿਲ ਤੋਂ ਮੈਂ ਇਹ ਕਹਾਂਗੀ ਕਿ ਮੈਂ ਅਰਦਾਸ ਵੀ ਕਰਦੀ ਹਾਂ ਕਿ ਸਾਰਿਆਂ ਨੂੰ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਆਪਣਾ ਅਲੀ ਮੁਹੰਮਦ ਜੋ ਵੀ ਨੇ ਸਾਰੇ ਹੀ ਪੈਗੰਬਰ, ਉਹਨਾਂ ਦੀ ਸਾਰਿਆਂ ਦੀ ਰੱਖਿਆ ਕਰੇ ਉੱਥੇ, ਔਰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਤੇ ਜਿੰਨੇ ਵੀ ਲੋਕ ਟਰੈਕਟਰ ਟਰਾਲੀਆਂ ਲੈ ਕੇ ਉੱਥੋਂ ਨਿਕਲ ਰਹੇ ਨੇ ਮਾਰਚ ਦੇ ਲਈ, ਫਿਰ ਉਹ ਵਾਪਸ ਆਪਣੀਆਂ ਜਗ੍ਹਾ ਦੇ ਉੱਤੇ ਸਹੀ ਸਲਾਮਤ ਆਉਣ। ਮੇਰੀ ਤੇ ਇਹੀ ਦਿਲੀ ਖੁਆਇਸ਼ ਹੈ, ਤੇ ਉਹਨਾਂ ਨੂੰ ਜਿੱਤ ਦਾ ਸਿਹਰਾ ਹਾਸਲ ਹੋਵੇ, ਉਹ ਹੋਣਾ ਹੀ ਹੈ, ਹਾਸਲ ਹੋਵੇ। ਬਿਲਕੁਲ ਫਤਿਹ ਕਰਾਵੇ ਵਾਹਿਗੁਰੂ ਉਹਨਾਂ ਨੂੰ। ਸਾਡਾ ਹਰਾ ਰੰਗ ਰੰਗ ਲਿਆਵੇ। बिल्कुल जी, हरा रंग लियावे। हरा दुपट्टा ओढ़ लिया ने मैंने किसान भाइयों के लिए, हमने मोदी का झूठ पकड़ लिया। किसान भाइयों के लिए कानून पास किए थे मोदी ने, हाय रे धोखे से।
All right. किसान एकता बहुत बढ़िया, बहुत बढ़िया। जिंदाबाद, सैम, किसान एकता जिंदाबाद, किसान मजदूर एकता जिंदाबाद, जिंदाबाद, yes. जिंदाबाद।